ਵਾਹਿਗੁਰੂ ਸਾਹਿਬ ਜੀਓ। ਮੇਰੀ ਸੰਗਤ ਪੋਚ ਸੋਚ ਦਿਨ ਰਾਤੀ, ਮੇਰਾ ਕਰਮ ਕੁਟਿਲਤਾ ਜਨਮ ਕੁ ਭਾਂਤੀ। ਰਾਮ ਗੁਸਈਆਂ ਜੀ ਕੇ ਜੀਵਨਾ, ਮੋਹਿ ਨਾ ਵਿਸਾਰੋ ਮੈਂ ਜਨ ਤੇਰਾ। ਧੰਨ ਵਾਹਿਗੁਰੂ ਸਾਹਿਬ ਜੀਓ। ਪ੍ਰਭ ਕੋ ਸਿਮਰੈ ਸੇ ਤਨਵੰਤੇ, ਪ੍ਰਭ ਕੋ ਸਿਮਰੈ ਸੇ ਪਤਵੰਤੇ। ਪ੍ਰਭ ਕੋ ਸਿਮਰੈ ਸੇ ਜਨ ਪਰਵਾਨ, ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ। ਪ੍ਰਭ ਕੋ ਸਿਮਰੈ ਸੇ ਬਿਹਮੋ ਤਾਜੇ, ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ। ਪ੍ਰਭ ਕੋ ਸਿਮਰੈ ਸੇ ਸੁਖ ਵਾਸੀ, ਪ੍ਰਭ ਕੋ ਸਿਮਰੈ ਸਦਾ ਅਬਿਨਾਸ਼ੀ। ਸਿਮਰਨ ਤੇ ਲਾਗੇ ਜਿਨ ਆਪ ਦਿਆਲਾ, ਨਾਨਕ ਜਨ ਕੀ ਮੰਗੈ ਰਵਾਲਾ। ਪ੍ਰਭ ਕੋ ਸਿਮਰੈ ਸੇ ਪਰਉਪਕਾਰੀ, ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ। ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰੈ ਤਿਨ ਸੁਖ ਵਿਹਾਵੈ। ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ। ਪ੍ਰਭ ਕੋ ਸਿਮਰੈ ਤਿਨ ਆਨੰਦ ਕਨੇਰੇ, ਪ੍ਰਭ ਕੋ ਸਿਮਰੈ ਬਸੈ ਹਰਿ ਨੇਰੇ। ਸੰਤ ਕਿਰਪਾ ਤੇ ਅਨ ਦਿਨ ਜਾਗ, ਨਾਨਕ ਸਿਮਰਨ ਪੂਰੈ ਭਾਗ। ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬਹੂ ਨ ਚੂਰੇ। ਪ੍ਰਭ ਕੈ ਸਿਮਰਨ ਹਰ ਗੁਣ ਬਾਨੀ, ਪ੍ਰਭ ਕੈ ਸਿਮਰਨ ਸਹਿਜ ਸਮਾਨੀ। ਪ੍ਰਭ ਕੈ ਸਿਮਰਨ ਨਿਹਚਲ ਆਸਨ, ਪ੍ਰਭ ਕੈ ਸਿਮਰਨ ਕਮਲ ਬਿਗਾਸਨ। ਪ੍ਰਭ ਕੈ ਸਿਮਰਨ ਅਨਹਦ ਚੁਨਕਾਰ, ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ। ਸਿਮਰੇ ਸੇ ਜਨ ਜਿਨ ਕੋ ਪ੍ਰਭ ਮਿਆ, ਨਾਨਕ ਤਿਨ ਜਨ ਸ਼ਰਣੀ ਪਿਆ। ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਬੇਦ ਉਪਾਏ। ਹਰ ਸਿਮਰਨ ਭਏ ਸਿਧ ਜਤੀ ਦਾਤੇ, ਹਰ ਸਿਮਰਨ ਨੀਚ ਚੌਕੁੰਟ ਜਾਤੇ। ਹਰ ਸਿਮਰਨ ਧਾਰੀ ਸਭ ਤਰਨਾ, ਸਿਮਰ ਸਿਮਰ ਹਰ ਕਾਰਨ ਕਰਨਾ। ਹਰ ਸਿਮਰਨ ਕੀਓ ਸਗਲ ਅਕਾਰਾ, ਹਰ ਸਿਮਰਨ ਮੈਂ ਆਪ ਨਿਰੰਕਾਰਾ। ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ। ਕਰ ਕਿਰਪਾ ਕਰ ਕਿਰਪਾ ਜਿਸ ਆਪ ਬੁਝਾਇਆ,
ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਬਰ ਤਖਤ ਦੇ ਮਾਲਕ ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿੰਨਾਂ ਦੀ ਹਜ਼ੂਰੀ ਅੰਦਰ ਜੁੜ ਮਿਲ ਬੈਠੇ ਅਤ ਸਤਿਕਾਰਯੋਗ ਸਨਮਾਨਯੋਗ ਸਤਸੰਗੀ ਜਨੋ, ਬਹੁਤ ਹੀ ਵਡਭਾਗੇ ਹਾਂ ਜੋ ਕਿ ਲੜੀਵਾਰ ਕਥਾ ਵਿਚਾਰ ਦੇ ਨਾਲ ਜੁੜਦੇ ਹਾਂ। ਲੜੀਵਾਰ ਚੱਲ ਰਹੀ ਕਥਾ ਵਿਚਾਰ ਗੌੜੀ ਸੁਖਮਣੀ ਮਹੱਲਾ ਪੰਜਵਾ, ਪੰਚਮ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਸਾਹਿਬ ਦੀ ਮੁਬਾਰਕ ਬਾਣੀ, ਗੁਰੂ ਗ੍ਰੰਥ ਸਾਹਿਬ ਦਾ ਪਾਵਨ ਪਵਿੱਤਰ ਅੰਕ 263। ਆਓ ਗੁਰੂ ਪਿਆਰਿਓ, ਵਿਚਾਰਾਂ ਦੀ ਆਰੰਭਤਾ ਕਰਨ ਤੋਂ ਪਹਿਲਾਂ ਸਾਰੀ ਸੰਗਤ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਲ ਦੇ ਦੀਵਾਨਾਂ ਅੰਦਰ ਪਹਿਲੀ ਅਸ਼ਟਪਦੀ ਦੀ ਆਪਾਂ 4 ਬੰਦਾਂ ਦੀ ਵਿਚਾਰ ਕੀਤੀ ਸੀ, ਸ਼ਲੋਕ ਦੀ ਵਿਚਾਰ ਕੀਤੀ ਸੀ। ਕੱਲ ਦੇ ਦੀਵਾਨਾਂ ਅੰਦਰ ਆਪਾਂ ਨੇ ਜਿਹੜੀ ਵਿਚਾਰ ਨੂੰ ਸਮਝਿਆ ਸੀ, ਵਿਚਾਰ ਕੀਤੀ ਸੀ, ਸਿਮਰਨ ਕਰਨ ਦੇ ਨਾਲ, ਮਾਲਕ ਦਾ ਨਾਮ ਜਪਣ ਦੇ ਨਾਲ ਜ਼ਿੰਦਗੀ ਸੋਹਣੀ ਬਣ ਜਾਂਦੀ ਹੈ। ਜ਼ਿੰਦਗੀ ਦੇ ਅੰਦਰੋਂ, ਜੀਵਨ ਦੇ ਅੰਦਰੋਂ ਦੁੱਖਾਂ ਕਲੇਸ਼ਾਂ ਦਾ ਨਾਸ਼ ਹੋ ਜਾਂਦਾ ਹੈ। ਅਗਲੇਰੇ ਜਿਹੜੇ 4 ਬੰਦ ਨੇ, ਗੁਰੂ ਅਰਜਨ ਸਾਹਿਬ ਮਹਾਰਾਜ ਕਹਿ ਰਹੇ ਨੇ, ਮਾਇਆ ਅੰਦਰ ਫਸੇ ਮਨੁੱਖ ਉੱਤੇ ਰੱਬ ਦੀ ਜਦੋਂ ਮਿਹਰ ਹੁੰਦੀ ਹੈ, ਕਿਰਪਾ ਹੁੰਦੀ ਹੈ, ਜਦੋਂ ਨਾਮ ਦੀ ਦਾਤ ਮਿਲਦੀ ਹੈ, ਕਿਉਂਕਿ ਮਨੁੱਖ ਮਾਇਆ ਦੇ ਕੌਤਕਾਂ ਅੰਦਰ ਬਹੁਤ ਖੇਡਦਾ ਹੈ। ਜਦੋਂ ਨਾਮ ਦੀ ਦਾਤ ਮਿਲ ਜਾਂਦੀ ਹੈ ਤਾਂ ਮਾਇਆ ਦੇ ਕੌਤਕ ਖਤਮ ਹੋ ਜਾਂਦੇ ਨੇ। ਗੁਰੂ ਸਾਹਿਬ ਜੀ ਉਹਨਾਂ ਦੀ ਗੱਲ ਕਰਦੇ ਨੇ ਅਗਲੇ ਬੰਦਾਂ ਅੰਦਰ ਜਿਹੜੇ ਸਿਮਰਨ ਕਰਕੇ, ਨਾਮ ਜਪ ਕੇ ਆਪਣੀ ਜ਼ਿੰਦਗੀ ਸਵਾਰ ਲੈਂਦੇ ਨੇ, ਵਧੀਆ ਬਣਾ ਲੈਂਦੇ ਨੇ। ਗੁਰੂ ਅਰਜਨ ਸਾਹਿਬ ਮਹਾਰਾਜ ਕਹਿ ਰਹੇ ਨੇ, ਪ੍ਰਭ ਕੋ ਸਿਮਰੈ ਸੇ ਧਨਵੰਤ। ਪਰਮਾਤਮਾ ਦਾ ਸਿਮਰਨ ਕਰਨ ਵਾਲਾ ਜਿਹੜਾ ਮਨੁੱਖ, ਜੋ ਉਸ ਮਾਲਕ ਨੂੰ ਸਿਮਰਦਾ ਹੈ, ਯਾਦ ਕਰਦਾ ਹੈ, ਉਹ ਧਨਾੜ ਬਣ ਜਾਂਦਾ ਹੈ। ਧਨਾੜ ਦਾ ਅਰਥ ਹੁੰਦਾ ਜੀ ਅਮੀਰ। ਧਿਆਨ ਰੱਖਿਓ ਇੱਥੇ, ਧਨਵੰਤੇ ਧਨ ਵਾਲੇ ਬਣ ਗਏ, ਪੈਸੇ ਵਾਲੇ ਹੋ ਗਏ। ਥੋੜਾ ਗੌਰ ਕਰਿਓ, ਗੁਰੂ ਸਾਹਿਬ ਨੇ ਜਦੋਂ ਧਨ ਦੀ ਗੱਲ ਕੀਤੀ ਨਾ, ਪੈਸੇ ਦੀ ਗੱਲ ਕੀਤੀ, ਦੁਨਿਆਵੀ ਤੌਰ ਤੇ ਕਿਸੇ ਬੰਦੇ ਕੋਲ ਪੈਸਾ ਹੈ, ਕਿਸੇ ਕੋਲ ਨਹੀਂ ਹੈ। ਇਹ ਗੱਲ ਆਪਾਂ ਕਹਿ ਸਕਦੇ ਵੀ ਰੋਟੀ ਸਾਰੇ ਆਪਾਂ ਖਾ ਰਹੇ ਹਾਂ ਵਧੀਆ। ਧਨਾੜ ਦਾ ਅਰਥ ਕੀ ਹੈ? ਇੱਕ ਹੁੰਦਾ ਆਰਥਿਕ ਪੱਖੋਂ ਬੰਦਾ ਅਮੀਰ ਹੋ ਗਿਆ, ਇੱਕ ਹੁੰਦਾ ਬੰਦਾ ਮਨ ਕਰਕੇ ਅਮੀਰ ਹੋ ਗਿਆ। ਇੱਥੇ ਬਹੁਤ ਵੱਡੇ ਸਤਿਗੁਰੂ ਮਹਾਰਾਜ ਨੇ ਇੱਕ ਬਚਨ ਆਖਿਆ, ਵੱਡੇ ਵੱਡੇ ਜੋ ਦਿਸੈ ਲੋਗ ਤਿਨ ਕੋ ਵਿਆਪੈ ਚਿੰਤਾ ਰੋਗ। ਇੱਕ ਰੋਗ ਬਹੁਤ ਖਤਰਨਾਕ ਹੈ ਜੀ, ਜਿਹਨੂੰ ਮਹਾਰਾਜ ਨੇ ਚਿੰਤਾ ਗਿਆ। ਪੈਸੇ ਵਾਲੇ ਬੰਦੇ ਨੇ ਵੀ ਕਈ ਵਾਰ ਚਿੰਤਾ ਸਤਾਉਂਦੀ ਰਹਿੰਦੀ ਹੈ, ਰੋਗੀ ਬਣ ਕੇ ਮੰਜੇ ਤੇ ਪੈ ਜਾਂਦਾ ਹੈ। ਕਈ ਵਾਰ ਆਮ ਕੁੱਲੀਆਂ ਵਾਲਾ ਬੰਦਾ ਆਨੰਦ ਦੀ ਨੀਂਦ ਪ੍ਰਾਪਤ ਕਰਦਾ ਹੈ, ਵਧੀਆ ਸੌਂਦਾ ਹੈ। ਹੁਣ ਇੱਥੇ ਮਹਾਰਾਜ ਕਹਿੰਦੇ ਰੱਬ ਨੂੰ ਸਿਮਰਨ ਵਾਲੇ ਧਨਵਾਨ ਬਣ ਜਾਂਦੇ ਨੇ, ਉੱਚੇ ਬਣ ਜਾਂਦੇ ਨੇ। ਕਿਸ ਤਰ੍ਹਾਂ ਉੱਚੇ ਬਣਦੇ ਨੇ? ਪਾਤਸ਼ਾਹ ਜੀ ਕਹਿੰਦੇ ਦਿਲ ਕਰਕੇ, ਮਨ ਕਰਕੇ ਅਮੀਰ ਬਣ ਜਾਂਦੇ ਨੇ। ਅੱਗੇ ਮਹਾਰਾਜ ਕਹਿੰਦੇ ਪ੍ਰਭ ਕੋ ਸਿਮਰੈ ਸੇ ਪਤਵੰਤੇ। ਪਤਵੰਤੇ ਦਾ ਅਰਥ ਹੁੰਦਾ ਜੀ ਇੱਜ਼ਤ ਵਾਲੇ। ਮਾਲਕ ਨੂੰ ਸਿਮਰਨ ਵਾਲੇ, ਰੱਬ ਨੂੰ ਯਾਦ ਕਰਨ ਵਾਲੇ, ਜਿਹੜਾ ਰੱਬ ਨੂੰ ਯਾਦ ਕਰਦਾ ਉਹ ਇੱਜ਼ਤ ਵਾਲਾ ਬਣਦਾ ਹੈ, ਮਾਨ ਆਦਰ ਉਹਨੂੰ ਮਿਲਦਾ ਹੈ। ਅੱਗੇ ਮਹਾਰਾਜ ਕਹਿ ਰਹੇ ਨੇ ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ। ਪਾਤਸ਼ਾਹ ਜੀ ਕਹਿੰਦੇ ਜੋ ਮਨੁੱਖ ਉਸ ਪ੍ਰਭੂ ਨੂੰ ਸਿਮਰਦੇ ਨੇ, ਯਾਦ ਕਰਦੇ ਨੇ, ਉਹ ਮੰਨੇ ਪ੍ਰਮੰਨੇ ਹੋ ਜਾਂਦੇ ਨੇ। ਪ੍ਰਧਾਨ ਦਾ ਅਰਥ ਕੀ ਹੁੰਦਾ ਜੀ? ਜਿਹਨੂੰ ਮਹਾਰਾਜ ਨੇ ਕਿਹਾ, ਸ਼੍ਰੋਮਣੀ ਵੀ ਕਿਹਾ, ਸ੍ਰੇਸ਼ਟ ਵੀ ਕਿਹਾ, ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੇ ਪਾਵੈ ਦਰਗਾ ਮਾਨ। ਮੰਨੇ ਪ੍ਰਮੰਨੇ ਦਾ ਅਰਥ ਹੈ ਜ਼ਿੰਦਗੀ ਵਿੱਚ ਟਿਕਾ ਆ ਗਿਆ, ਆਨੰਦ ਆ ਗਿਆ।
ਸੰਸਾਰ ਦੇ ਅੰਦਰ ਉਹਦਾ ਸਟੇਟਸ, ਉਹਦੀ ਸਨਾਖਤ ਵਧੀਆ ਬਣ ਗਈ। ਪਾਤਸ਼ਾਹ ਜੀ ਕਹਿ ਰਹੇ ਨੇ ਉਹ ਚੰਗੇ ਮਨੁੱਖ ਬਣ ਜਾਂਦੇ ਨੇ, ਪ੍ਰਵਾਨ ਚੜ੍ਹ ਜਾਂਦੇ ਨੇ। ਪ੍ਰਭ ਕੋ ਸਿਮਰੈ ਸੇ ਬਿਹਮੋ ਤਾਜੇ, ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ। ਸਤਿਗੁਰੂ ਮਹਾਰਾਜ ਕਹਿੰਦੇ ਬਿਹਮੋ ਤਾਜੇ ਦਾ ਅਰਥ ਹੈ ਜੀ ਬੇਪਰਵਾਹ। ਇੱਕ ਲਾਪਰਵਾਹੀ ਹੁੰਦੀ ਹੈ ਜੀ, ਇੱਕ ਬੇਪਰਵਾਹ ਹੋ ਜਾਣਾ। ਦੋਵਾਂ ਅੰਦਰ ਬਹੁਤ ਬੜਾ ਅੰਤਰ ਹੈ। ਸਤਿਗੁਰੂ ਜੀ ਕਹਿ ਰਹੇ ਨੇ ਜੋ ਮਨੁੱਖ ਪ੍ਰਭੂ ਨੂੰ ਸਿਮਰਦੇ ਹਨ ਉਹ ਕਿਸੇ ਦੇ ਮੁਹਤਾਜ ਨਹੀਂ ਹੁੰਦੇ। ਉਹ ਇੱਕ ਰੱਬ ਨੂੰ ਮੰਨਦੇ ਨੇ, ਰੱਬ ਨੂੰ ਧਿਆਉਂਦੇ ਨੇ, ਉਹ ਥਾਂ ਥਾਂ ਤੇ ਸਿਰ ਨਹੀਂ ਝੁਕਾਉਂਦੇ। ਅੱਗੇ ਮਹਾਰਾਜ ਕਹਿ ਰਹੇ ਨੇ ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ। ਪਾਤਸ਼ਾਹ ਜੀ ਕਹਿ ਰਹੇ ਨੇ ਮਾਲਕ ਨੂੰ ਸਿਮਰਨ ਵਾਲੇ, ਉਹਨੂੰ ਯਾਦ ਕਰਨ ਵਾਲੇ ਰਾਜੇ ਬਣ ਜਾਂਦੇ ਨੇ, ਵਧੀਆ ਬਣ ਜਾਂਦੇ ਨੇ। ਸਤਿਗੁਰੂ ਮਹਾਰਾਜ ਕਹਿੰਦੇ ਪ੍ਰਭ ਕਉ ਸਿਮਰੈ ਸੇ ਸੁਖ ਵਾਸੀ, ਪ੍ਰਭ ਕਉ ਸਿਮਰੈ ਸਦਾ ਅਬਿਨਾਸੀ। ਪਾਤਸ਼ਾਹ ਜੀ ਕਹਿੰਦੇ ਜਿਹੜੇ ਮਾਲਕ ਨੂੰ ਸਿਮਰਦੇ ਨੇ ਉਹ ਸੁੱਖਾਂ ਦੇ ਵਾਸੀ ਬਣ ਜਾਂਦੇ ਨੇ, ਸੁੱਖ ਮਿਲ ਜਾਂਦੇ ਨੇ ਉਹਨਾਂ ਨੂੰ, ਆਤਮਿਕ ਟਿਕਾ ਮਿਲ ਜਾਂਦਾ ਹੈ। ਪਾਤਸ਼ਾਹ ਜੀ ਕਹਿੰਦੇ ਉਹ ਜਨਮ ਮਰਨ ਦੇ ਚੱਕਰ ਤੋਂ ਰਹਿਤ ਹੋ ਜਾਂਦੇ ਨੇ। ਜੰਮਣਾ ਮਰਨਾ, ਇੱਕ ਤਾਂ ਸਰੀਰ ਕਰਕੇ ਜੰਮਣਾ ਹੁੰਦਾ, ਸਰੀਰ ਕਰਕੇ ਮਰਨਾ ਹੁੰਦਾ। ਇੱਕ ਬੰਦਾ ਮਨ ਕਰਕੇ ਫੁਰਨਿਆਂ ਦੇ ਵਿੱਚ, ਖਿਆਲਾਂ ਦੇ ਵਿੱਚ ਬਹੁਤ ਵਾਰ ਜੰਮਦਾ ਮਰਦਾ ਹੈ। ਅਕਸਰ ਆਪਾਂ ਵੇਖਦੇ ਹਾਂ ਜੀ, ਫੁਰਨਾ ਕਈ ਵਾਰ ਆਪਾਂ ਨੂੰ ਗੰਦੀ ਸੋਚ ਅੰਦਰ ਮਾਰ ਦਿੰਦਾ ਹੈ। ਖਿਆਲ ਕਈ ਵਾਰ ਆਪਾਂ ਨੂੰ ਗੰਦੀ ਸੋਚ ਵਿੱਚ ਮਾਰ ਦਿੰਦੇ ਨੇ। ਖਿਆਲ ਹੀ ਕਈ ਵਾਰ ਆਪਾਂ ਨੂੰ ਚੰਗੇ ਪਾਸੇ ਲੈ ਕੇ ਆਉਂਦੇ ਨੇ। ਖਿਆਲ ਜਿਹਨੂੰ ਮਹਾਰਾਜ ਨੇ ਮਨ ਕਿਹਾ, ਵਿਚਾਰ ਕਿਹਾ, ਮਨ ਦੀ ਸਾਰੀ ਖੇਡ ਹੈ ਜੀ ਸਰੀਰ ਅੰਦਰ। ਫੁਰਨਾ ਹੀ ਫੁਰਦਾ ਨਾ, ਵਿਚਾਰ ਹੀ ਫੁਰਦਾ ਵੀ ਚਲੋ ਗੁਰੂ ਕੇ ਦਰਬਾਰ ਚੱਲੀਏ, ਬਾਣੀ ਪੜ੍ਹੀਏ, ਬਾਣੀ ਸੁਣੀਏ। ਫੁਰਨਾ ਸਾਨੂੰ ਕਿੱਧਰ ਮਰਜ਼ੀ ਲੈ ਜਾਵੇ। ਸਰੀਰ ਦਾ ਡਰਾਈਵਰ ਕਹਿ ਲਓ, ਸਰੀਰ ਨੂੰ ਚਲਾਉਣ ਵਾਲਾ ਹੀ ਮਨ ਹੈ। ਅੱਗੇ ਮਹਾਰਾਜ ਵਿਚਾਰ ਦੇ ਰਹੇ ਨੇ ਜੀ। ਪਾਤਸ਼ਾਹ ਜੀ ਕਹਿ ਰਹੇ ਨੇ ਸਿਮਰਨ ਤੇ ਲਾਗੇ ਜਿਨ ਆਪ ਦਿਆਲਾ, ਨਾਨਕ ਜਨ ਕੀ ਮੰਗੈ ਰਵਾਲਾ। ਪਾਤਸ਼ਾਹ ਜੀ ਕਹਿ ਰਹੇ ਨੇ ਜੋ ਮਨੁੱਖ ਉਸ ਮਾਲਕ ਦੇ ਸਿਮਰਨ ਵਿੱਚ ਲੱਗ ਜਾਂਦੇ ਨੇ, ਪਾਤਸ਼ਾਹ ਜੀ ਕਹਿੰਦੇ ਕੋਈ ਵਡਭਾਗੀ ਇਹਨਾਂ ਗੁਰਮੁਖਾਂ ਦੀ ਚਰਨ ਧੂੜ ਮੰਗਦਾ ਹੈ। ਹੁਣ ਚਰਨ ਧੂੜ ਮੰਗਣ ਦਾ ਅਰਥ ਪਤਾ ਕੀ, ਇਹ ਨਹੀਂ ਵੀ ਪੈਰਾਂ ਦੀ ਮਿੱਟੀ ਲੈ ਲਈਏ ਕਿਸੇ ਦੀ, ਨਾ ਨਾ ਨਾ। ਚਰਨ ਧੂੜ ਦਾ ਅਰਥ ਉਹਨਾਂ ਦੀ ਸੰਗਤ, ਉਹਨਾਂ ਦੀ ਸੋਭਤ, ਉਹਨਾਂ ਨਾਲ ਸੰਗ ਹੋ ਜਾਵੇ, ਮਿਲਾਪ ਹੋ ਜਾਵੇ। ਜਿਹੜੇ ਗੁਰਮੁਖ ਪਿਆਰੇ ਤੇਰੇ ਸਿਮਰਨ ਦੇ ਵਿੱਚ ਰੱਤੇ ਹੋਏ ਨੇ, ਰੰਗੇ ਹੋਏ ਨੇ। ਅਗਲਾ ਜਿਹੜਾ ਬੰਦਾ ਹੈ ਪ੍ਰਭ ਕਉ ਸਿਮਰੈ ਸੇ ਪਰ ਉਪਕਾਰੀ। ਪਾਤਸ਼ਾਹ ਜੀ ਕਹਿ ਰਹੇ ਨੇ ਜਿਹੜੇ ਮਾਲਕ ਨੂੰ ਸਿਮਰਦੇ ਨੇ ਨਾ ਉਹ ਪਰਉਪਕਾਰੀ ਬਣ ਜਾਂਦੇ ਨੇ। ਰੱਬ ਨੂੰ ਚੇਤੇ ਕਰਨ ਵਾਲਾ, ਰੱਬ ਨੂੰ ਯਾਦ ਕਰਨ ਵਾਲਾ ਪਤਾ ਕੌਣ ਹੁੰਦਾ ਹੈ? ਇਹ ਨਾ ਸਮਝਿਓ ਵੀ ਜਿਹਨੇ ਧਾਰਮਿਕ ਪਹਿਰਾਵਾ ਪਾ ਲਿਆ ਉਹ ਬਹੁਤ ਯਾਦ ਕਰਦਾ ਹੋਣਾ, ਜਿਹਨੇ ਵੱਡਾ ਲੰਮਾ ਚੋਲਾ ਪਾ ਲਿਆ ਉਹ ਰੱਬ ਨੂੰ ਬਹੁਤ ਯਾਦ ਕਰਦਾ ਹੋਣਾ। ਇੱਕ ਬੰਦਾ, ਦਿਹਾੜੀਦਾਰ ਬੰਦਾ, ਆਮ ਇਨਸਾਨ, ਖੇਤਾਂ ਵਿੱਚ ਕੰਮ ਕਰਨ ਵਾਲਾ ਵੀ ਬਹੁਤ ਯਾਦ ਕਰਦਾ ਹੁੰਦਾ ਰੱਬ ਨੂੰ। ਇਹਨੂੰ ਧਿਆਨ ਨਾਲ ਸਮਝਿਓ। ਪਰਉਪਕਾਰੀ ਦਾ ਅਰਥ ਬੜਾ ਕਮਾਲ ਦਾ ਅਰਥ ਕਿਹਾ ਜੀ ਇੱਥੇ, ਭਲਾਈ ਤੇ ਨੇਕੀ। ਜਿਹਦੇ ਕੋਲ ਭਲਾਈ ਆ ਗਈ, ਨੇਕੀ ਆ ਗਈ, ਇਮਾਨਦਾਰੀ ਆ ਗਈ, ਪਾਤਸ਼ਾਹ ਜੀ ਕਹਿੰਦੇ ਉਹ ਬੰਦਾ ਸਿਮਰਨ ਵਿੱਚ ਲੱਗਿਆ ਹੋਇਆ ਹੈ। ਇਹ ਬਹੁਤ ਵੱਡਾ ਗੁਣ ਹੈ ਜੀ, ਪਰਉਪਕਾਰ ਕਰਨਾ ਕਿਸੇ ਦੇ। ਜਦੋਂ ਗੁਰੂ ਦੇ ਪਰਉਪਕਾਰਾਂ ਦੀ ਗੱਲ ਕਰਾਂਗੇ ਨਾ, ਗੁਰੂ ਦੇ ਪਰਉਪਕਾਰਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਪਰਿਵਾਰ ਵਾਰਨਾ ਕੋਈ ਸੌਖੀ ਗੱਲ ਨਹੀਂ ਹੈ। ਆਪਣੇ ਜਿਗਰ ਦੇ ਟੋਟੇ ਆ ਜਿਹੜੇ ਦਿਨ ਚੱਲ ਰਹੇ ਨੇ ਹੁਣ, ਸੌਖੀ ਗੱਲ ਨਹੀਂ ਹੈ ਆਪਣੇ ਪਰਿਵਾਰ ਨੂੰ ਵਾਰ ਦੇਣਾ। ਆਪਣੇ ਪੁੱਤਰ ਦੇ, ਧੀ ਦੇ ਕੋਈ ਮਾੜੀ ਜੀਆਂ ਕੋਈ ਖਰੋਚ ਵੀ ਆ ਜਾਵੇ, ਕੋਈ ਆਂਚ ਵੀ ਆ ਜਾਵੇ, ਮਾਂ ਪਿਓ ਕਿੰਨਾ ਤੜਫਦੇ ਨੇ। ਕਿੱਥੇ ਉਹਨਾਂ ਨਿੱਕੇ ਨਿੱਕੇ ਲਾਲਾਂ ਨੂੰ, ਗੁਰੂ ਕੇ ਪਿਆਰਿਆਂ ਨੂੰ, ਸਾਹਿਬਜ਼ਾਦਿਆਂ ਨਾਲ ਕਿੱਡਾ ਤਸ਼ੱਦਦ ਕੀਤਾ ਗਿਆ, ਕਹਿਰ ਕੀਤਾ ਗਿਆ। ਗੁਰੂ ਦੇ ਪਰਉਪਕਾਰਾਂ ਦੀ ਗੱਲ ਕਰਾਂਗੇ ਨਾ, ਗੁਰੂ ਦੇ ਪਰਉਪਕਾਰ ਤਾਂ ਸਾਡੇ ਤੇ ਬਹੁਤ ਨੇ, ਗਿਣਤੀ ਨਹੀਂ ਕੀਤੀ ਜਾ ਸਕਦੀ। ਪਰ ਇੱਥੇ ਮਹਾਰਾਜ ਕਹਿੰਦੇ ਜਿਹੜਾ ਰੱਬ ਦਾ ਸਿਮਰਨ ਕਰਦਾ ਨਾ ਉਹ ਵੀ ਪਰਉਪਕਾਰੀ ਹੋ ਜਾਂਦਾ ਹੈ। ਸਿਮਰਨ ਕਰਨ ਵਾਲਾ ਪਰਉਪਕਾਰੀ ਹੁੰਦਾ ਹੈ। ਪਰਉਪਕਾਰ ਕਰਦਾ, ਉਹ ਹਰ ਇੱਕ ਤੇ ਤਰਸ ਖਾਂਦਾ, ਦਇਆ ਕਰਦਾ ਹੈ।
ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ। ਪਾਤਸ਼ਾਹ ਜੀ ਕਹਿ ਰਹੇ ਨੇ, ਸਮਝਾ ਰਹੇ ਨੇ ਮਹਾਰਾਜ ਇਸ ਬੰਦ ਅੰਦਰ, ਉਹਨੂੰ ਸਿਮਰਨ ਵਾਲੇ ਤਿੰਨ ਸਦ ਬਲਿਹਾਰੀ ਜਿਹੜੇ ਰੱਬ ਨੂੰ ਚੇਤੇ ਕਰਦੇ ਨੇ, ਯਾਦ ਕਰਦੇ ਨੇ। ਪਾਤਸ਼ਾਹ ਜੀ ਕਹਿੰਦੇ ਉਹ ਮਨੁੱਖ ਉਸ ਮਾਲਕ ਨੂੰ ਚੇਤੇ ਕਰਕੇ ਆਪਣੇ ਜੀਵਨ ਨੂੰ ਸਵਾਰ ਲੈਂਦੇ ਨੇ। ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ, ਉਹ ਤੋਂ ਸਦਕੇ ਜਾਂਦੇ ਨੇ, ਕੁਰਬਾਨ ਜਾਂਦੇ ਨੇ। ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰੈ ਤਿਨ ਸੂਖ ਬਿਹਾਵੇ। ਸਤਿਗੁਰ ਮਹਾਰਾਜ ਕਹਿੰਦੇ ਜਿਹੜੇ ਮਾਲਕ ਨੂੰ ਸਿਮਰਦੇ ਨੇ ਨਾ, ਉਹਨਾਂ ਦੇ ਮੁਖ ਉਜਲੇ ਹੋ ਜਾਂਦੇ ਨੇ, ਸੋਹਣੇ ਬਣ ਜਾਂਦੇ ਨੇ। ਹੁਣ ਇਹਨੂੰ ਧਿਆਨ ਨਾਲ ਸਮਝਿਓ ਜੀ। ਇੱਕ ਆਪਾਂ ਬਚਨ ਪੜ੍ਹਦੇ ਹਾਂ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਉਜਲੇ ਹੋ ਗਏ, ਮੈਲ ਤੋਂ ਰਹਿਤ ਹੋ ਗਏ, ਵਧੀਆ ਹੋ ਗਏ, ਚੰਗੇ ਬਣ ਗਏ। ਮੁੱਖ ਕਿਰਦਾਰ, ਜੀਵਨ, ਆਚਰਣ, ਬੋਲ ਚਾਲ, ਭਾਵ ਜਿਹੜਾ ਆਪਾਂ ਲਵਾਂਗੇ। ਸਤਿਗੁਰ ਮਹਾਰਾਜ ਕਹਿੰਦੇ ਇੱਥੇ ਸਮਝਾ ਰਹੇ ਨੇ ਆਪਾਂ ਨੂੰ ਇਹਨਾਂ ਪੰਕਤੀਆਂ ਦੇ ਅੰਦਰ, ਜੋ ਮਨੁੱਖ ਪ੍ਰਭੂ ਨੂੰ ਸਿਮਰਦੇ ਹਨ ਉਹਨਾਂ ਦੇ ਮੂੰਹ ਸੋਹਣੇ ਲੱਗਦੇ ਨੇ। ਹੁਣ ਮੂੰਹ ਸੋਹਣੇ ਲੱਗਣ ਦਾ ਇੱਥੇ ਧਿਆਨ ਨਾਲ ਸਮਝੋ ਜੀ। ਮਹਾਰਾਜ ਕਿਤੇ ਚੰਮ ਮਾਸ, ਇੱਥੇ ਹੱਡ ਦੀ ਕੋਈ ਗੱਲ ਨਹੀਂ ਕਰ ਰਹੇ ਮਹਾਰਾਜ। ਸਤਿਗੁਰ ਮਹਾਰਾਜ ਨੇ ਇੱਕ ਬਚਨ ਕਿਹਾ ਬੜਾ ਕਮਾਲ ਦਾ ਜੀ, ਜਿੱਥੇ ਨਾਮ ਨਾ ਜਪੀਏ ਮੇਰੇ ਗੋਇੰਦਾ, ਸਹੀ ਨਗਰ ਉਜਾੜੀ ਜੀਓ। ਜਿਸ ਘਰ ਦੇ ਵਿੱਚ ਨਾਮ ਦਾ ਵਾਸਾ ਨਹੀਂ ਹੈ ਨਾ, ਜਿਸ ਘਰ ਦੇ ਵਿੱਚ ਗੁਰਬਾਣੀ ਦਾ ਵਾਸਾ ਨਹੀਂ, ਉਹ ਉਜਾੜ ਬਣ ਜਾਂਦਾ ਹੈ। ਜਿੱਥੇ ਨਾਮ ਜਪਿਆ ਜਾਂਦਾ ਉਹ ਘਰ ਪਵਿੱਤਰ ਹੋ ਜਾਂਦਾ ਹੈ, ਬਾਣੀ ਪੜ੍ਹੀ ਜਾਂਦੀ ਹੈ, ਬਾਣੀ ਸਮਝੀ ਜਾਂਦੀ ਹੈ। ਇੱਥੇ ਹਿਰਦੇ ਘਰ ਦੀ ਗੱਲ ਕਰ ਰਹੇ ਨੇ ਮਹਾਰਾਜ। ਸਤਿਗੁਰ ਮਹਾਰਾਜ ਕਹਿ ਰਹੇ ਨੇ ਇਸ ਪੰਕਤੀ ਦੇ ਅੰਦਰ, ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰੈ ਤਿਨ ਸੁਖ ਬਿਹਾਵੇ। ਉਹਨੂੰ ਸਿਮਰਨ ਵਾਲੇ ਸੁੱਖ ਮਾਣਦੇ ਨੇ, ਆਨੰਦ ਮਾਣਦੇ ਨੇ। ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ। ਪਾਤਸ਼ਾਹ ਜੀ ਕਹਿ ਰਹੇ ਨੇ ਮਾਲਕ ਨੂੰ ਸਿਮਰਨ ਵਾਲਾ, ਪਾਤਸ਼ਾਹ ਜੀ ਕਹਿੰਦੇ ਉਹਨੂੰ ਖੁਸ਼ੀ ਮਿਲਦੀ ਹੈ, ਆਤਮਾ ਉਹਦੀ ਤ੍ਰਿਪਤ ਹੋ ਜਾਂਦੀ ਹੈ ਵਿਕਾਰਾਂ ਦੇ ਵੱਲੋਂ। ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ। ਨਿਰਮਲ ਹੋ ਗਿਆ, ਜ਼ਿੰਦਗੀ ਗੁਜ਼ਾਰਨ ਦਾ ਤਰੀਕਾ ਵਧੀਆ ਬਣ ਗਿਆ। ਅੱਗੇ ਮਹਾਰਾਜ ਕਹਿ ਰਹੇ ਨੇ, ਪ੍ਰਭ ਕੋ ਸਿਮਰੈ ਤਿਨ ਆਨੰਦ ਘਨੇਰੇ। ਰੱਬ ਨੂੰ ਸਿਮਰਨ ਵਾਲੇ ਆਨੰਦ ਵਿੱਚ ਰਹਿੰਦੇ ਨੇ, ਬਹੁਤ ਸਾਰੇ ਆਨੰਦ ਉਹਨਾਂ ਦੀ ਜ਼ਿੰਦਗੀ ਵਿੱਚ ਆ ਜਾਂਦਾ ਹੈ, ਬਹੁਤ ਸਾਰਾ ਆਨੰਦ। ਪ੍ਰਭ ਕੋ ਸਿਮਰੈ ਬਸੇ ਹਰ ਨੇਰੇ। ਪਾਤਸ਼ਾਹ ਜੀ ਕਹਿੰਦੇ ਉਹ ਮਾਲਕ ਵਾਹਿਗੁਰੂ ਨੂੰ ਸਿਮਰਦੇ ਨੇ ਜਿਹੜਾ ਹਰ ਵੇਲੇ ਨੇੜੇ ਰਹਿੰਦਾ, ਦੂਰ ਨਹੀਂ ਕਿਤੇ। ਉਹ ਮਾਲਕ ਦੇ ਨੇੜੇ ਹੋ ਜਾਂਦੇ ਨੇ ਸਿਮਰਨ ਕਰਨ ਵਾਲੇ। ਸੰਤ ਕਿਰਪਾ ਤੇ ਅਨ ਦਿਨ ਜਾਗ, ਨਾਨਕ ਸਿਮਰਨ ਪੂਰੇ ਭਾਗ। ਪਾਤਸ਼ਾਹ ਜੀ ਇੱਥੇ ਗੱਲ ਕਰਦੇ ਨੇ ਜੀ ਸੰਤਾਂ ਦੀ ਕਿਰਪਾ ਨਾਲ, ਜਿਹੜੇ ਅੱਖਰੀ ਅਰਥ ਕੀਤੇ ਹੋਏ ਨੇ ਜੀ ਇੱਥੇ ਮੈਂ ਉਹੀ ਪੜ੍ਹ ਰਿਹਾ। ਸੰਤਾਂ ਦੀ ਕਿਰਪਾ ਨਾਲ ਹੀ ਹਰ ਵੇਲੇ ਸਿਮਰਨ ਦੀ ਜਾਗ ਆ ਸਕਦੀ ਹੈ। ਹੇ ਨਾਨਕ, ਸਿਮਰਨ ਦੀ ਦਾਤ ਵੱਡੀ ਕਿਸਮਤ ਨਾਲ ਮਿਲਦੀ ਹੈ, ਵੱਡੇ ਭਾਗਾਂ ਨਾਲ ਮਿਲਦੀ ਹੈ। ਕਿਸਮਤ ਵੀ ਬਣਾਉਣੀ ਪੈਂਦੀ ਹੈ, ਭਾਗ ਵੀ ਬਣਾਉਣੇ ਪੈਂਦੇ ਨੇ। ਇੱਥੇ ਗੁਰੂ ਸਾਹਿਬ ਨੇ ਆਖਿਆ ਸੰਤਾਂ ਦੀ ਕਿਰਪਾ। ਇੱਥੇ ਆਪਾਂ ਸੰਤ ਦਾ ਅਰਥ ਕਹਿ ਲਈਏ ਗੁਰੂ ਦੀ ਕਿਰਪਾ ਦੁਆਰਾ, ਉਸ ਮਾਲਕ ਦੀ ਕਿਰਪਾ ਦੁਆਰਾ। ਅਗਲਾ ਜਿਹੜਾ ਬੰਦ ਹੈ ਜੀ 6 ਨੰਬਰ ਬੰਦ ਸੀ ਇਹ, ਕਿਉਂਕਿ ਆਪਾਂ ਰੋਜ਼ਾਨਾ 4 ਬੰਦਾਂ ਦੀ ਵਿਚਾਰ ਕਰਦੇ ਹਾਂ, ਸਮਾਂ ਥੋੜ੍ਹਾ ਵਧੀਕ ਲੱਗ ਜਾਂਦਾ ਹੈ। ਅੱਗੇ ਮਹਾਰਾਜ ਕਹਿ ਰਹੇ ਨੇ, ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬੂ ਨ ਝੂਰੇ। ਮਾਲਕ ਦਾ ਸਿਮਰਨ ਕਰਨ ਵਾਲਾ, ਪਰਮਾਤਮਾ ਨਾਲ ਲਿਵ ਜੋੜਨ ਵਾਲਾ, ਉਹਦੇ ਕਾਰਜ ਪੂਰੇ ਹੋ ਜਾਂਦੇ ਨੇ। ਹੁਣ ਕਾਰਜ ਬਾਰੇ ਆਪਾਂ ਜੀ ਸਮਝਾਂਗੇ ਜੀ, ਜ਼ਿੰਦਗੀ ਦਾ ਕਾਰਜ ਕੀ ਹੈ। ਸਾਡਾ ਕਾਰਜ ਮੇਨ ਪਤਾ ਕਿਹੜਾ? ਜ਼ਿੰਦਗੀ ਸਵਾਰਨਾ, ਆਪੇ ਨੂੰ ਸਵਾਰਨਾ। ਪ੍ਰਭ ਕੋ ਸਿਮਰੈ, ਪ੍ਰਭ ਕੈ ਸਿਮਰਨ ਕਬੂ ਨਾ ਝੂਰੇ। ਅੰਦਰੋਂ ਜਿਹੜਾ ਝੁਰਨਾ ਹੁੰਦਾ ਨਾ, ਝੁਰਨਾ ਉਹ ਖਤਮ ਹੋ ਜਾਂਦਾ। ਕਈ ਬੰਦੇ ਚਿੰਤਾ ਵਿੱਚ ਝੁਰ ਜਾਂਦੇ ਨੇ, ਝੁਰ ਕੇ ਜ਼ਿੰਦਗੀ ਬਰਬਾਦ ਕਰ ਲੈਂਦੇ ਨੇ। ਅੱਗੇ ਮਹਾਰਾਜ ਕਹਿ ਰਹੇ ਨੇ, ਪ੍ਰਭ ਕੈ ਸਿਮਰਨ ਹਰ ਗੁਣ ਬਾਨੀ, ਪ੍ਰਭ ਕੈ ਸਿਮਰਨ ਸਹਿਜ ਸਮਾਨੀ। ਮਾਲਕ ਦਾ ਸਿਮਰਨ ਕਰਕੇ, ਉਸ ਮਾਲਕ ਨਾਲ ਧਿਆਨ ਜੋੜ ਕੇ
ਅਕਾਲ ਪੁਰਖ ਦੇ ਗੁਣਾਂ ਨੂੰ ਮਨੁੱਖ ਉਚਾਰਦਾ ਹੈ, ਗਾਉਂਦਾ ਹੈ, ਉਹਦੀ ਸਿਫਤ ਸਲਾਹ ਦੀ ਆਦਤ ਬਣ ਜਾਂਦੀ ਹੈ। ਅੱਗੇ ਮਹਾਰਾਜ ਕਹਿੰਦੇ ਸਹਿਜ ਅਵਸਥਾ ਵਿੱਚ ਟਿਕਿਆ ਰਹਿੰਦਾ ਹੈ। ਪ੍ਰਭ ਇੱਥੇ ਸਮਝਾ ਰਹੇ ਨੇ ਮਹਾਰਾਜ, ਪ੍ਰਭ ਕੈ ਸਿਮਰਨ ਹਰ ਗੁਣ ਬਾਨੀ, ਪ੍ਰਭ ਕੈ ਸਿਮਰਨ ਸਹਿਜ ਸਮਾਨੀ, ਪ੍ਰਭ ਕੈ ਸਿਮਰਨ ਨਿਹਚਲ ਆਸਨ, ਪ੍ਰਭ ਕੈ ਸਿਮਰਨ ਕਮਲ ਵਿਗਾਸਨ। ਮਹਾਰਾਜ ਕਹਿੰਦੇ ਉਸ ਮਾਲਕ ਦਾ ਸਿਮਰਨ ਕਰਨ ਦੇ ਨਾਲ, ਪਾਤਸ਼ਾਹ ਜੀ ਕਹਿ ਰਹੇ ਨੇ, ਮਨ ਰੂਪੀ ਜਿਹੜਾ ਆਸਨ ਹੈ ਕਦੇ ਡੋਲਦਾ ਨਹੀਂ ਹੈ, ਅਤੇ ਹਿਰਦਾ ਜਿਹੜਾ ਸਾਡਾ ਕੌਲ ਫੁੱਲ ਦੀ ਤਰ੍ਹਾਂ ਖਿੜਿਆ ਰਹਿੰਦਾ ਹੈ। ਮਾਲਕ ਦਾ ਸਿਮਰਨ ਕਰਨ ਦੇ ਨਾਲ ਸਤਿਗੁਰੂ ਜੀ ਕਹਿ ਰਹੇ ਨੇ ਇਹਨਾਂ ਪੰਕਤੀਆਂ ਦੇ ਅੰਦਰ, ਪਾਤਸ਼ਾਹ ਜੀ ਸਮਝਾ ਰਹੇ ਨੇ, ਪ੍ਰਭ ਕੈ ਸਿਮਰਨ ਨੇਚਲ ਆਸਣ। ਨੇਚਲ ਦਾ ਅਰਥ ਟਿਕ ਗਿਆ, ਮਨ ਵਾਲਾ ਆਸਣ ਆ ਨਾ, ਟਿਕ ਗਿਆ। ਮਨ ਡਾਮਾਡੋਲ ਨਹੀਂ ਹੈ, ਮਨ ਬਿਲਕੁਲ ਥਿਰ ਹੋ ਗਿਆ, ਖੜ ਗਿਆ। ਪ੍ਰਭ ਕੈ ਸਿਮਰਨ ਕਮਲ ਵਿਗਾਸਨ, ਰੱਬ ਦਾ ਸਿਮਰਨ ਕਰਕੇ ਹਿਰਦਾ ਨਾ ਬੰਦਾ, ਹਿਰਦਾ ਜਿਹੜਾ ਉਹ ਖਿੜਿਆ ਰਹਿੰਦਾ ਹੈ ਕੌਲ ਫੁੱਲ ਦੀ ਤਰ੍ਹਾਂ। ਆਪਾਂ ਨੂੰ ਬਹੁਤ ਚਿਹਰੇ ਦੁਨੀਆ ਅੰਦਰ ਵੇਖਦੇ ਆ ਜਿਹੜੇ ਹਰ ਵੇਲੇ ਖਿੜੇ ਰਹਿੰਦੇ ਨੇ, ਜਿਨ੍ਹਾਂ ਦੇ ਮੱਥੇ ਤੇ ਕਦੇ ਆਪਾਂ ਤਿਉੜੀ ਨਹੀਂ ਵੇਖਦੇ। ਐਸੇ ਚਿਹਰੇ ਆਪਾਂ ਦੁਨੀਆ ਅੰਦਰ ਬਹੁਤ ਵੇਖਦੇ ਆ ਜਿਹੜੇ ਹਰ ਵੇਲੇ ਖਿੜੇ ਰਹਿੰਦੇ ਨੇ। ਖਿੜੇ ਰਹਿਣਾ ਵੀ ਇੱਕ ਮਾਲਕ ਦੀ ਕਿਰਪਾ ਹੁੰਦੀ ਹੈ, ਰਹਿਮਤ ਹੁੰਦੀ ਹੈ। ਦੁਨੀਆ ਅੰਦਰ ਵਧੀਆ ਖਿੜੇ ਰਹਿਣਾ, ਟਿਕਾ ਦੇ ਵਿੱਚ ਰਹਿਣਾ। ਅੱਗੇ ਸਤਿਗੁਰੂ ਜੀ ਕਹਿ ਰਹੇ ਨੇ ਅਗਲੀਆਂ ਪੰਕਤੀਆਂ ਦੇ ਅੰਦਰ, ਸੰਖੇਪ ਵਿੱਚ ਅਰਥ ਕਰਦੇ ਹਾਂ ਜੀ, ਸਮਾਂ ਸੀਮਤ ਹੁੰਦਾ ਆਪਣੇ ਕੋਲ। ਪ੍ਰਭ ਕੈ ਸਿਮਰਨ ਅਨਹਦ ਚੁਨਕਾਰ, ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ। ਰੱਬ ਦਾ ਸਿਮਰਨ ਕਰਨ ਦੇ ਨਾਲ ਅੰਦਰ ਅਨਹਦ ਇਕਾਗਰਤਾ ਬਣ ਜਾਂਦੀ ਹੈ, ਟਿਕਾ ਬਣ ਜਾਂਦਾ ਹੈ। ਪਾਤਸ਼ਾਹ ਜੀ ਕਹਿੰਦੇ ਇੱਕ ਰਸ ਲਗਾਤਾਰ ਸੁਰਤ ਜੁੜ ਜਾਂਦੀ ਹੈ। ਪ੍ਰਭ ਕੈ ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ। ਅਖੀਰ ਦੇ ਵਿੱਚ ਮਹਾਰਾਜ ਇੱਥੇ ਕਹਿ ਰਹੇ ਨੇ ਇਹਨਾਂ ਪੰਕਤੀਆਂ ਦੇ ਅੰਦਰ, ਪਾਤਸ਼ਾਹ ਜੀ ਕਹਿ ਰਹੇ ਨੇ, ਜਦੋਂ ਅੰਦਰ ਉਸ ਮਾਲਕ ਦਾ ਸਿਮਰਨ ਆ ਜਾਂਦਾ ਫਿਰ ਸੁੱਖ ਵੀ ਆ ਜਾਂਦਾ, ਪਰ ਉਸ ਸਿਮਰਨ ਦਾ ਕੋਈ ਅੰਤ ਨਹੀਂ ਪਾ ਸਕਦਾ। ਸਿਮਰੈ ਸੇ ਜਨ ਜਿਨ ਕੋ ਪ੍ਰਭ ਮਿਆ, ਨਾਨਕ ਤਿਨ ਜਨ ਸ਼ਰਣੀ ਪਿਆ। ਮਿਆ ਦਾ ਅਰਥ ਹੁੰਦਾ ਜੀ ਕਿਰਪਾ। ਜਿਨ੍ਹਾਂ ਉੱਤੇ ਕਿਰਪਾ ਹੋ ਜਾਂਦੀ ਹੈ ਉਹ ਮਾਲਕ ਨੂੰ ਸਿਮਰਦੇ ਨੇ। ਅੱਗੇ ਮਹਾਰਾਜ ਕਹਿ ਰਹੇ ਨੇ, ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਬੇਦੋ ਪਾਏ। ਪਾਤਸ਼ਾਹ ਜੀ ਕਹਿ ਰਹੇ ਨੇ ਪ੍ਰਭੂ ਦਾ ਸਿਮਰਨ ਕਰਕੇ ਭਗਤ ਜਗਤ ਵਿੱਚ ਮਸ਼ਹੂਰ ਹੁੰਦੇ ਹਨ। ਸਿਮਰਨ ਵਿੱਚ ਜੁੜ ਕੇ ਰਿਸ਼ੀਆਂ ਨੇ ਵੇਦ ਅਦਕ ਧਰਮ ਪੁਸਤਕ ਰਚੇ। ਇਕਾਗਰਤਾ ਦੇ ਵਿੱਚ ਜੁੜ ਕੇ ਬਹੁਤ ਕੁਝ ਰਚਿਆ ਗਿਆ। ਅੱਖਰੀ ਅਰਥ ਜਿਹੜੇ ਆਪਾਂ ਪੜ੍ਹ ਰਹੇ ਹਾਂ, ਪਾਤਸ਼ਾਹ ਜੀ ਕਹਿ ਰਹੇ ਨੇ, ਹਰ ਸਿਮਰਨ ਭਏ ਸਿੱਧ ਜਤੀ ਦਾਤੇ, ਹਰ ਸਿਮਰਨ ਨੀਚ ਚੌਂਕੁੰਡ ਜਾਤੇ। ਸਿਮਰਨ ਦੇ ਨਾਲ ਸਿੱਧ ਬਣ ਗਏ, ਜਤੀ ਬਣ ਗਏ। ਪਾਤਸ਼ਾਹ ਜੀ ਇੱਥੇ ਕਹਿ ਰਹੇ ਨੇ ਇਹਨਾਂ ਪੰਕਤੀਆਂ ਦੇ ਅੰਦਰ, ਪ੍ਰਭੂ ਦਾ ਸਿਮਰਨ ਕਰਨ ਦੇ ਨਾਲ ਸਿੱਧ ਬਣ ਗਏ, ਜਤੀ ਬਣ ਗਏ, ਦਾਤੇ ਬਣ ਗਏ, ਦਾਤਾਂ ਵਾਲੇ ਬਣ ਗਏ। ਸਤਿਗੁਰੂ ਮਹਾਰਾਜ ਕਹਿ ਰਹੇ ਨੇ ਅੱਗੇ, ਹਰ ਸਿਮਰਨ ਨੀਚ ਚੌਕੁੰਟ ਜਾਤੇ। ਰੱਬ ਦਾ ਸਿਮਰਨ ਕਰਨ ਵਾਲਾ, ਜਿਹਨੂੰ ਲੋਕ ਨੀਵਾਂ ਕਹਿੰਦੇ ਸੀ, ਦੁਰਕਾਰਦੇ ਸੀ, ਅੱਜ ਉਹਦੀ ਮਹਿਮਾ ਚਾਰੇ ਕੁੰਟਾਂ ਦੇ ਅੰਦਰ, ਚੌਂ ਕੁੰਟ ਹਰ ਪਾਸੇ ਉਹਦੀ ਮਹਿਮਾ ਉਹ ਜਾਣਿਆ ਜਾਣ ਲੱਗ ਪਿਆ। ਅੱਗੇ ਮਹਾਰਾਜ ਕਹਿ ਰਹੇ ਨੇ, ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ। ਪਾਤਸ਼ਾਹ ਜੀ ਕਹਿ ਰਹੇ ਨੇ, ਪ੍ਰਭੂ ਨੇ ਸਿਮਰਨ ਵਾਸਤੇ ਸਾਰਾ ਜਗਤ ਬਣਾਇਆ। ਜਿੱਥੇ ਸਿਮਰਨ ਹੈ ਉੱਥੇ ਨਿਰੰਕਾਰ ਵਸਦਾ ਹੈ। ਆਪ ਉਹਨੇ ਸਭ ਕੁਝ ਬਣਾਇਆ, ਉਹਦਾ ਸਿਮਰਨ ਕਰਕੇ ਜ਼ਿੰਦਗੀ ਸਵਾਰੀਏ। ਅੱਗੇ ਮਹਾਰਾਜ ਕਹਿ ਰਹੇ ਨੇ, ਹਰ ਸਿਮਰਨ ਕਿਉ ਸਗਲ ਆਕਾਰਾ, ਹਰ ਸਿਮਰਨ ਮੈਂ ਆਪ ਨਿਰੰਕਾਰਾ। ਸਿਮਰਨ ਕਰਨ ਦੇ ਲਈ ਸੰਸਾਰ ਬਣਾਇਆ, ਆਕਾਰ ਸਭ ਕੁਝ ਮਾਲਕ ਦੀ ਦੇਣ ਹੈ। ਹਰ ਸਿਮਰਨ ਮੈਂ ਆਪ ਨਿਰੰਕਾਰਾ। ਨਿਰੰਕਾਰ ਆਕਾਰ ਤੋਂ ਰਹਿਤ ਪਰਮਾਤਮਾ ਸਿਮਰਨ ਦੇ ਨਾਲ ਹੀ ਪ੍ਰਾਪਤ ਹੁੰਦਾ ਹੈ। ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ। ਕਿਰਪਾ ਕਰਕੇ ਜਿਸ ਮਾਲਕ ਨੇ ਸਾਨੂੰ ਉਹ ਰਾਹ ਦੱਸ ਦਿੱਤਾ, ਬੁਝਾ ਦਿੱਤਾ, ਸਮਝਾ ਦਿੱਤਾ, ਨਾਨਕ ਗੁਰਮੁਖ ਸਿਮਰਨ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ। ਸਿਮਰਨ ਦੇ ਦੁਆਰਾ ਹੀ ਉਸ ਮਾਲਕ ਨੂੰ ਸਮਝਿਆ ਜਾ ਸਕਦਾ ਹੈ।
ਪਾਇਆ ਜਾ ਸਕਦਾ ਹੈ। ਗੁਰੂ ਕਿਰਪਾ ਕਰੇ ਜੀ। ਇਹ ਸੀ ਲੜੀਵਾਰ ਵਿਚਾਰ। ਆਪਾਂ ਅੱਜ ਦੇ ਦੀਵਾਨਾਂ ਅੰਦਰ ਪਹਿਲੀ ਅਸ਼ਟਪਦੀ ਸੰਪੂਰਨ ਕੀਤੀ ਹੈ ਜੀ। ਕੱਲ੍ਹ ਦੇ ਦੀਵਾਨਾਂ ਅੰਦਰ ਦੂਸਰੀ ਅਸ਼ਟਪਦੀ ਦੀ ਵਿਚਾਰ ਕਰਾਂਗੇ। ਲੜੀਵਾਰ ਜਿਹੜੀ ਵਿਚਾਰ ਚੱਲ ਰਹੀ ਹੈ ਜੀ, ਸੁਖਮਨੀ ਸਾਹਿਬ ਦੀ ਬਾਣੀ ਦੀ ਵਿਚਾਰ ਕੱਲ੍ਹ ਦੇ ਦੀਵਾਨਾਂ ਵਿੱਚ ਆਪਾਂ ਸ਼ੁਰੂ ਕਰ ਚੁੱਕੇ ਹਾਂ। ਆਓ ਜਿਹੜਾ ਲੜੀਵਾਰ ਇਤਿਹਾਸ ਚੱਲ ਰਿਹਾ ਜੀ, ਦਸ਼ਮੇਸ਼ ਪਿਤਾ, ਕਲਗੀਆਂ ਵਾਲੇ ਪਾਤਸ਼ਾਹ, ਤਿੰਨਾਂ ਦੇ ਜੀਵਨ ਬਾਰੇ ਆਪਾਂ ਇੱਕ ਲੜੀ ਦੇ ਤਹਿਤ ਰੋਜ਼ਾਨਾ ਵਿਚਾਰ ਕਰਦੇ ਹਾਂ। ਕੱਲ੍ਹ ਦੇ ਦੀਵਾਨਾਂ ਅੰਦਰ ਜਿਹੜੀ ਆਪਾਂ ਵਿਚਾਰ ਕੀਤੀ ਸੀ ਭੰਗਾਣੀ ਦੇ ਯੁੱਧ ਬਾਰੇ। ਗੁਰੂ ਸਾਹਿਬ ਦਾ ਇਹ ਪਹਿਲੀ ਜੰਗ ਸੀ। ਇਸ ਜੰਗ ਦੇ ਵਿੱਚ ਜੋ ਕੁਝ ਵਾਪਰਿਆ, ਜੋ ਕੁਝ ਹੋਇਆ, ਉਹ ਆਪਾਂ ਇੱਕ ਵਿਸਥਾਰ ਦੇ ਨਾਲ ਵਿਚਾਰਦੇ ਆ ਰਹੇ ਹਾਂ। ਜਿਹੜੀ ਆਪਾਂ ਅੱਜ ਵਿਚਾਰ ਕਰਾਂਗੇ, ਇਸ ਭੰਗਾਣੀ ਦੇ ਮੈਦਾਨ ਵਿੱਚ ਇਤਿਹਾਸਕਾਰ ਇਤਿਹਾਸਕ ਗ੍ਰੰਥਾਂ ਵਿੱਚ ਆਪਾਂ ਪੜ੍ਹਦੇ ਹਾਂ, ਇਤਿਹਾਸਕ ਗ੍ਰੰਥਾਂ ਦੇ ਵਿੱਚ ਜਦੋਂ ਆਪਾਂ ਪੜ੍ਹਦੇ ਵਿਚਾਰਦੇ ਹਾਂ, ਇਸ ਭੰਗਾਣੀ ਦੇ ਯੁੱਧ ਬਾਰੇ, ਭੰਗਾਣੀ ਦੇ ਜੰਗ ਬਾਰੇ ਲਾਲ ਚੰਦ ਆਨ ਕੈ ਕਮਾਨ ਬਾਣ ਤਾਨ ਕੈ। ਇਸ ਭੰਗਾਣੀ ਦੇ ਯੁੱਧ ਬਾਰੇ ਜਦੋਂ ਅਸੀਂ ਪੜ੍ਹਦੇ ਹਾਂ, ਇਸ ਯੁੱਧ ਦੇ ਵਿੱਚ, ਇਸ ਜੰਗ ਦੇ ਵਿੱਚ ਆਮ ਤੋਂ ਆਮ ਲੋਕ ਵੀ, ਕੋਈ ਮੱਝਾਂ ਚਾਰਨ ਵਾਲਾ, ਕੋਈ ਹਲਵਾਈ ਦਾ ਕੰਮ ਕਰਨ ਵਾਲਾ, ਆਮ ਤੋਂ ਆਮ ਲੋਕਾਂ ਨੇ ਗੁਰੂ ਸਾਹਿਬ ਦਾ ਸਹਿਯੋਗ ਕੀਤਾ, ਇਹ ਜੰਗ ਨੂੰ ਸਰ ਕੀਤਾ, ਜਿੱਤਿਆ ਇਸ ਜੰਗ ਨੂੰ। ਜਦੋਂ ਆਪਾਂ ਇਸ ਜੰਗ ਦੀ ਗੱਲ ਕਰਦੇ ਹਾਂ ਨਾ, ਇੱਕ ਪਾਸੇ ਪਹਾੜੀ ਰਾਜਿਆਂ ਦੀ 10,000 ਦੀ ਫੌਜ ਹੈ, ਇੱਕ ਪਾਸੇ ਗੁਰੂ ਸਾਹਿਬ ਦੀ ਫੌਜ ਦੀ ਗਿਣਤੀ ਕੇਵਲ 2,000 ਦੀ ਹੈ। ਭੰਗਾਣੀ ਦਾ ਮੈਦਾਨ ਚੁਣਿਆ ਗਿਆ ਜੰਗ ਵਾਸਤੇ, ਯੁੱਧ ਵਾਸਤੇ। ਗੁਰੂ ਸਾਹਿਬ ਨੇ ਆਪਣੇ ਮੋਹਤਬਰ ਸਿੱਖਾਂ ਨੂੰ ਪਹਾੜੀ ਦੇ ਉੱਪਰ ਡਿਊਟੀ ਲਾ ਦਿੱਤੀ, ਪਹਿਰੇ ਲਾ ਦਿੱਤੇ। ਉਹ ਜਵਾਨ ਆਪਣੀਆਂ ਜਵਾਨੀਆਂ ਵਾਰ ਗਏ, ਕੁਰਬਾਨ ਕਰ ਗਏ ਗੁਰੂ ਤੋਂ। ਇੱਕ ਪਾਸੇ ਪਹਾੜੀਆਂ ਵੱਲੋਂ ਭੀਖਨ ਖਾਨ, ਹਰੀ ਚੰਦ, ਗੋਪਾਲ, ਫਤਿਹ ਸ਼ਾਹ, ਹਰੀ ਚੰਦ ਹੰਡੂਰੀਆ ਵੀ ਜਿਹੜਾ ਬੜੀ ਬਹਾਦਰੀ ਨਾਲ ਲੜ ਰਿਹਾ ਸੀ। ਇਹ ਪਹਾੜੀ ਰਾਜੇ ਨੇ ਜੀ। ਸਤਿਗੁਰੂ ਮਹਾਰਾਜ ਨੇ ਕਮਾਨ ਸੰਭਾਲੀ ਹੋਈ ਸੀ। ਤੀਰਾਂ ਦੀ ਵਰਖਾ ਗੁਰੂ ਗੋਬਿੰਦ ਸਿੰਘ ਮਹਾਰਾਜ ਇਸ ਭੰਗਾਣੀ ਦੇ ਯੁੱਧ ਵਿੱਚ ਕਰ ਰਹੇ ਨੇ। ਉਹਨਾਂ ਦਾ ਜੰਗ ਵਿੱਚ ਹਿੱਸਾ ਲੈਣਾ ਹੀ। ਉੱਧਰੋਂ ਇੱਕ ਪਾਸੇ ਪਹਾੜੀਆਂ ਦਾ ਜਿਹੜਾ ਸਰਗਰਮ ਨੇ, ਇੱਕ ਪਾਸੇ ਗੁਰੂ ਸਾਹਿਬ ਦੀਆਂ ਫੌਜਾਂ ਸਰਗਰਮ ਨੇ। ਕਈ ਪਹਾੜੀਏ ਰਾਜੇ ਇੱਥੋਂ ਸਿੰਘਾਂ ਦੇ ਦਬਦਬਾ ਮੂਹਰੇ, ਸਿੰਘਾਂ ਦੇ ਇਸ ਜੋਸ਼ ਮੂਹਰੇ ਟਿਕੇ ਨਹੀਂ, ਭੱਜ ਗਏ। ਪਰ ਇੱਥੇ ਇਤਿਹਾਸਕਾਰ ਲਿਖਦੇ ਨੇ ਵੀ ਹਰੀ ਚੰਦ ਜਿਹੜਾ ਹੰਡੂਰੀਆ ਸੀ, ਇਹਨਾਂ ਹੰਡੂਰੀਆ, ਇਸ ਹਰੀ ਚੰਦ ਹੰਡੂਰੀਏ ਨੇ ਤੀਰ ਦੇ ਨਾਲ ਅਜੀਤ ਮੱਲ ਦੇ ਇੱਕ ਤੀਰ, ਅਜੀਤ ਮੱਲ ਵੱਲ ਇੱਕ ਤੀਰ ਛੱਡ ਦਿੱਤਾ। ਅਜੀਤ ਮੱਲ ਜਦੋਂ ਧਰਤੀ ਦੇ, ਅਜੀਤ ਮੱਲ ਬਾਰੇ ਆਪਾਂ ਧਿਆਨ ਨਾਲ ਪੜ੍ਹਿਆ ਜੀ। ਅਜੀਤ ਮੱਲ ਜੀ ਬੀਬੀ ਬੀਰੋ ਜੀ ਦੇ ਪੁੱਤਰ ਨੇ। ਬੀਬੀ ਬੀਰੋ ਜੀ ਗੁਰੂ ਤੇਗ ਬਹਾਦਰ ਸਾਹਿਬ ਦੀ ਸਕੇ ਭੈਣ ਨੇ, ਭੂਆ ਦਾ ਪੁੱਤਰ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਾਬਾ ਅਜੀਤ ਮੱਲ। ਜਦੋਂ ਤੀਰ ਲੱਗਦਾ ਨਾ, ਜਿਹੜਾ ਹਰੀ ਚੰਦ ਹੰਡੂਰੀਆ ਹੈ, ਅਜੀਤ ਮੱਲ ਦੇ ਜਦੋਂ ਤੀਰ ਮਾਰਿਆ, ਇੱਧਰੋਂ ਅਜੀਤ ਮੱਲ ਨੇ ਤੀਰ ਛੱਡਿਆ, ਹਰੀ ਸਿੰਘ ਹੰਡੂਰੀਏ ਦੇ ਵੀ ਤੀਰ ਵੱਜਦਾ, ਉਹ ਵੀ ਡਿੱਗਦਾ ਧਰਤੀ ਤੇ। ਸ਼ਹਾਦਤ ਦਾ ਜਾਮਾ ਅਜੀਤ ਮੱਲ ਜੀ ਇੱਥੇ ਪੀਂਦੇ ਨੇ। ਉਸ ਤੋਂ ਬਾਅਦ ਜਦੋਂ ਅਸੀਂ ਅੱਗੇ ਪੜ੍ਹਦੇ ਵਿਚਾਰਦੇ ਹਾਂ, ਗੁਰੂ ਜੀ ਅਤੇ ਹੋਰ ਸਿੱਖਾਂ ਦੇ ਇਸ ਕਹਿਰੀ ਹਮਲੇ ਦੇ ਵਿੱਚ ਬਹੁਤ ਲਾਸ਼ਾਂ ਵਿਛ ਰਹੀਆਂ ਨੇ। ਇੱਧਰੋਂ ਫਤਿਹ ਸ਼ਾਹ, ਮਧੂਕਰ ਟਡਵਾਲੀਆ, ਜਸਵਾਲੀਆ, ਦਰਿਆ ਪਾਰ ਕਰਕੇ ਜਿਹੜੇ ਕੁਝ ਪਹਾੜੀ ਰਾਜੇ ਸੀ ਨਾ, ਭੱਜ ਗਏ। ਹਰੀ ਜਿਹੜਾ ਇਹ ਬਹਾਦਰ ਜਰਨੈਲ ਸੀ ਇਹਨਾਂ ਦਾ, ਹਰੀ ਚੰਦ ਹੰਡੂਰੀਆ, ਜਦੋਂ ਇਸ ਮੈਦਾਨ ਵਿੱਚ ਡਿੱਗਿਆ ਨਾ, ਬਹੁਤੇ ਰਾਜੇ ਬਹੁਤ ਦੂਰ ਭੱਜ ਗਏ, ਦਰਿਆ ਪਾਰ ਕਰਕੇ ਭੱਜ ਗਏ। ਇੱਥੋਂ ਥੋੜਾ ਹਰੀ ਸਿੰਘ ਹੰਡੂਰੀਆ, ਜਿਹੜਾ ਹਰੀ ਚੰਦ ਹੰਡੂਰੀਆ ਸੀ, ਗਾਜੀ ਸੀ, ਜਿਹੜੇ ਗਾਜੀਆਂ ਨੇ ਇਹਦੀ ਸਹਾਇਤਾ ਕੀਤੀ, ਗਾਜੀ ਪਠਾਣਾ ਨੇ।
ਗਾਜੀ ਪਠਾਣਾ ਨੇ ਸਹਾਇਤਾ ਕੀਤੀ, ਥੋੜ੍ਹਾ ਜਿਹਾ ਹੋਰ ਬਲਵਾਨ ਹੋਇਆ। ਨਜ਼ਾਬਤ ਖਾਨ ਦਾ ਜਿਹੜਾ ਟਾਕਰਾ ਹੁੰਦਾ ਸੰਗੋ ਸ਼ਾਹ ਦੇ ਨਾਲ, ਨਜ਼ਾਬਤ ਖਾਨ ਦੇ ਸੰਗੋ ਸ਼ਾਹ ਵੀ ਬੀਬੀ ਵੀਰੋ ਜੀ ਦੇ ਪੁੱਤਰ ਸੀ। ਇਹ ਵੀ ਇੱਥੇ ਸ਼ਹਾਦਤ ਦਾ ਜਾਮਾ ਪੀਂਦੇ ਨੇ। ਆਖਰਕਾਰ ਗੁਰੂ ਸਾਹਿਬ ਜੀ ਦਾ ਜਦੋਂ ਸਾਹਮਣਾ ਹੋਇਆ ਨਾ ਹਰੀ ਚੰਦ ਹਡੂਰੀਏ ਨਾਲ, ਪਾਤਸ਼ਾਹ ਜੀ ਨੇ ਤੀਰਾਂ ਦੀ ਵਰਖਾ ਕੀਤੀ। ਇੱਧਰੋਂ ਇਹ ਵੀ ਬਹੁਤ ਬਹਾਦਰ ਹੈ, ਇਹਨੇ ਵੀ ਤੀਰ ਬਹੁਤ ਚਲਾਏ, ਪਰ ਮਹਾਰਾਜ ਨੇ ਤੀਰਾਂ ਦੀ ਐਸੀ ਵਰਖਾ ਕੀਤੀ, ਇਹ ਪਹਾੜੀਆ ਰਾਜਾ ਇਸ ਭਗਾਣੀ ਦੇ ਮੈਦਾਨ ਵਿੱਚ ਮਾਰਿਆ ਗਿਆ। ਜਦੋਂ ਇਹਨਾਂ ਦਾ ਥੋੜ੍ਹਾ ਬਹਾਦਰ ਸੀ, ਇਹ ਮਾਰਿਆ ਗਿਆ ਨਾ, ਕੋਈ ਪਹਾੜੀਆ ਇੱਥੇ ਨਜ਼ਰ ਨਹੀਂ ਆ ਰਿਹਾ, ਸਾਰੇ ਦਬਾ ਦਬ ਭੱਜ ਗਏ। ਇੱਧਰੋਂ ਗੁਰੂ ਸਾਹਿਬ ਦੀ ਫੌਜ ਅੰਦਰ ਥੋੜ੍ਹਾ ਖੁਸ਼ੀ ਦਾ ਮਾਹੌਲ ਬਣਿਆ। ਪਹਿਲੀ ਜੰਗ ਸੀ ਇਹ ਭਗਾਣੀ ਵਾਲੀ। ਇਸ ਜੰਗ ਨੂੰ ਗੁਰੂ ਸਾਹਿਬ ਨੇ ਜਿੱਤ ਲਿਆ। ਜਿੱਤ ਕੇ ਜੰਗ ਮਹਾਰਾਜ, ਉਸ ਤੋਂ ਬਾਅਦ ਸਤਿਗੁਰ ਮਹਾਰਾਜ ਅੱਗੇ ਆਪਣਾ ਪਿੰਡਾ, ਅੱਗੇ ਆਪਣਾ ਸਫ਼ਰ ਤੈਅ ਕਰਦੇ ਨੇ। ਪੌਂਟਾ ਸਾਹਿਬ ਦੀ ਧਰਤੀ 'ਤੇ ਜਾ ਕਰਕੇ ਦੁਬਾਰਾ ਬਹਿ ਜਾਂਦੇ ਨੇ ਮਹਾਰਾਜ। ਥੱਕੀਆਂ ਹਾਰੀਆਂ ਗੁਰੂ ਕੀਆਂ ਫੌਜਾਂ ਸਰੀਰ ਕਰਕੇ ਵੀ ਥੋੜ੍ਹਾ ਥੱਕ ਗਈਆਂ ਨੇ। ਮਹਾਰਾਜ ਉੱਥੇ ਪੌਂਟਾ ਸਾਹਿਬ ਦੀ ਧਰਤੀ 'ਤੇ ਪਹੁੰਚੀਆਂ ਜਿੱਤ ਪ੍ਰਾਪਤ ਕਰਕੇ। ਉੱਥੇ ਜਾ ਕੇ ਵਿਸ਼ਰਾਮ ਕੀਤਾ, ਟਿਕਾ ਕੀਤਾ। ਇੱਧਰੋਂ ਮਹਾਰਾਜ ਪੀਰ ਬੁੱਧੂ ਸ਼ਾਹ ਵੀ ਆਪਣੇ ਮੁਰੀਦਾਂ ਨੂੰ ਲੈ ਕੇ ਆਇਆ ਸੀ, ਆਪਣੇ ਪੁੱਤਰਾਂ ਨੂੰ ਲੈ ਕੇ ਆਇਆ ਸੀ। ਮਹਾਰਾਜ ਪੌਂਟਾ ਸਾਹਿਬ ਦੀ ਧਰਤੀ 'ਤੇ ਬਹਿ ਕਰਕੇ ਆਪਣੇ ਕੇਸਾਂ ਦੇ ਵਿੱਚ ਕੰਘਾ ਕਰ ਰਹੇ ਨੇ, ਸਿਰ 'ਤੇ ਦਸਤਾਰ ਸਜਾਈ ਹੋਈ ਹੈ। ਬੀਬੀ ਵੀਰੋ ਜੀ ਦੇ ਜਿਹੜੇ ਪੁੱਤਰ ਸੀ, ਉਹਨਾਂ ਦਾ ਵੀ ਮਹਾਰਾਜ ਨੇ ਉੱਥੇ ਜ਼ਿਕਰ ਕੀਤਾ। ਜਦੋਂ ਇਤਿਹਾਸ ਅਸੀਂ ਪੜ੍ਹਦੇ ਹਾਂ, ਕਵੀਆਂ ਨੇ, ਇਤਿਹਾਸਕਾਰਾਂ ਨੇ, ਇੱਧਰੋਂ ਪੀਰ ਬੁੱਧੂ ਸ਼ਾਹ ਨਾਲ ਵੀ ਮਹਾਰਾਜ ਨੇ ਥੋੜ੍ਹਾ ਅਫਸੋਸ ਪ੍ਰਗਟ ਕੀਤਾ ਕਿ ਤੁਹਾਡੇ ਪੁੱਤਰ, ਤੁਹਾਡੇ ਭਰਾ ਇਸ ਜੰਗ ਦੇ ਵਿੱਚ ਸ਼ਹੀਦ ਹੋ ਗਏ ਨੇ। ਭਗਾਣੀ ਦੀ ਲੜਾਈ ਤੋਂ ਅਗਲੇ ਦਿਨ ਪਾਤਸ਼ਾਹ ਜੀ, ਇਤਿਹਾਸਕਾਰ ਲਿਖ ਰਹੇ ਨੇ, ਪਾਤਸ਼ਾਹ ਜੀ ਕੇਸਾਂ ਦੇ ਵਿੱਚ ਕੰਘਾ ਕਰ ਰਹੇ ਸੀ। ਏਡਾ ਵੱਡਾ ਪੀਰ, ਏਡਾ ਵੱਡਾ ਪੀਰ ਸੀ ਨਾ ਜਿਹੜਾ ਪੀਰ ਬੁੱਧੂ ਸ਼ਾਹ, ਜਿਹਦੇ ਅਨੇਕਾਂ ਹੀ ਮੁਰੀਦ ਬਣੇ ਹੋਏ ਸੀ। ਲੋਕ ਪੂਜਦੇ ਸੀ ਪੀਰ ਬੁੱਧੂ ਸ਼ਾਹ ਨੂੰ। ਮਹਾਰਾਜ ਕੋਲ ਆ ਕੇ ਬੇਨਤੀ ਕੀਤੀ, ਮਹਾਰਾਜ ਪੁੱਤਰ ਸੀ ਮੇਰੇ, ਪੁੱਤਰ ਵੀ ਕੁਰਬਾਨ ਹੋ ਗਏ ਨੇ, ਨਿਸ਼ਾਨੀ ਵਜੋਂ ਮੈਨੂੰ ਕੁਝ ਦੇ ਦਿਓ। ਮਹਾਰਾਜ, ਇਤਿਹਾਸਕਾਰ ਲਿਖਦੇ ਨੇ, ਕੇਸਾਂ ਦੇ ਵਿੱਚ ਕੰਘਾ ਕਰ ਰਹੇ ਸੀ। ਇਤਿਹਾਸਕਾਰ ਇੱਥੇ ਲਿਖਦੇ ਨੇ, ਇੱਕ ਹੁਕਮਨਾਮਾ, ਇੱਕ ਸੁੰਦਰ ਪੋਸ਼ਾਕ, ਇੱਕ ਕਟਾਰ, ਆਪਣੇ ਹੱਥੀਂ ਲਿਖਿਆ ਇੱਕ ਹੁਕਮਨਾਮਾ, ਆਪਣੀ ਇੱਕ ਅੱਧੀ ਦਸਤਾਰ ਦਾ ਜਿਹੜਾ ਟੁਕੜਾ ਸੀ ਪੀਰ ਬੁੱਧੂ ਸ਼ਾਹ ਨੂੰ ਨਿਸ਼ਾਨੀ ਵਜੋਂ ਦੇ ਦਿੱਤਾ। ਅੱਧੀ ਦਸਤਾਰ ਦਾ ਜਿਹੜਾ ਟੁਕੜਾ ਸੀ ਕਿਰਪਾਲ ਚੰਦ ਨੂੰ ਦੇ ਦਿੱਤਾ। ਇੱਥੇ ਸਤਿਗੁਰੂ ਮਹਾਰਾਜ ਭਗਾਣੀ ਦਾ ਯੁੱਧ ਜਿੱਤ ਕਰਕੇ ਪੌਂਟਾ ਸਾਹਿਬ ਦੀ ਧਰਤੀ 'ਤੇ ਸਿੱਖਾਂ ਨੇ ਵੀ ਖੁਸ਼ੀ ਮਨਾਈ ਹੈ। ਜਿਹੜਾ ਇਹ ਯੁੱਧ ਛਿੜਿਆ ਸੀ ਪਹਾੜੀ ਰਾਜਿਆਂ ਵੱਲੋਂ, ਇਹ ਯੁੱਧ ਨੂੰ ਮਹਾਰਾਜ ਨੇ ਜਿੱਤਿਆ। ਇਹ ਯੁੱਧ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ, ਜਿਹੜੀ ਆਪਾਂ ਗੱਲ ਕੀਤੀ ਹੈ, ਪੀਰ ਬੁੱਧੂ ਸ਼ਾਹ ਦੀ ਗੱਲ ਕਰ ਲਓ, ਕਿਰਪਾਲ ਚੰਦ ਦੀ ਗੱਲ ਕਰ ਲਓ, ਉਹਨਾਂ ਆਮ ਲੋਕਾਂ ਦੀ ਗੱਲ ਕਰ ਲਓ ਜਿਹੜੇ ਬਿਲਕੁਲ ਆਮ ਲੋਕ ਸੀ, ਜਿਨ੍ਹਾਂ ਨੂੰ ਕਦੇ ਹੱਥ ਵਿੱਚ ਤਲਵਾਰ ਨਹੀਂ ਫੜੀ ਸੀ, ਉਹਨਾਂ ਲੋਕਾਂ ਨੇ ਵੀ ਹੱਥ ਵਿੱਚ ਤਲਵਾਰ ਫੜ ਕੇ ਇਸ ਯੁੱਧ ਦੇ ਮੈਦਾਨ ਵਿੱਚ ਕੁੱਦ ਕੇ ਆ ਪਏ। ਉਹਨਾਂ ਮੁਗਲਾਂ ਨੂੰ ਇਸ ਮੈਦਾਨ ਦੇ ਵਿੱਚੋਂ ਭਜਾ ਦਿੱਤਾ। ਉਸ ਤੋਂ ਬਾਅਦ ਇਸ ਜੰਗ ਦੇ ਜਿਹੜੇ ਕਾਰਨ ਕਿਉਂ ਬਣੇ ਸੀ ਜੀ, ਪਿੱਛੇ ਵੀ ਆਪਾਂ ਵਿਚਾਰ ਕੀਤੀ ਸੀ। ਜੰਗ ਦੇ ਕਾਰਨ ਬਣਨ ਦਾ ਸਭ ਤੋਂ ਪਹਿਲਾਂ ਆਪਾਂ ਕਾਰਨ ਵਿਚਾਰਿਆ ਸੀ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਜਿਹੜੀ ਚੜ੍ਹਤ ਸੀ, ਸਤਿਗੁਰੂ ਮਹਾਰਾਜ ਸ਼ਾਹੀ ਠਾਠ ਬਾਠ ਨਾਲ ਰਹਿੰਦੇ ਸੀ। ਪਹਾੜੀ ਰਾਜਿਆਂ ਨੂੰ ਈਰਖਾ, ਪਤਾ ਕਿਹੜੀ ਗੱਲ ਦੀ? ਸਭ ਤੋਂ ਈਰਖਾ ਇਸ ਗੱਲ ਦੀ ਸੀ ਵੀ ਗੁਰੂ ਸਾਹਿਬ ਦਾ ਜਿਹੜਾ ਪ੍ਰਤਾਪ ਵੱਧ ਰਿਹਾ ਸੀ। ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਗੁਰੂ ਸਾਹਿਬ ਨੇ ਜੋ ਤਿਆਰੀਆਂ ਕੀਤੀਆਂ, ਮਹਾਰਾਜ ਦਾ ਪ੍ਰਤਾਪ ਵੱਧ ਰਿਹਾ ਸੀ। ਅਨੰਦਪੁਰ ਸਾਹਿਬ ਦੇ ਵਿੱਚ, ਪੌਂਟਾ ਸਾਹਿਬ ਵਿਖੇ ਸਿੱਖਾਂ ਨੂੰ ਟ੍ਰੇਨਿੰਗ ਵੀ ਦੇਣੀ ਸ਼ੁਰੂ ਕਰ ਦਿੱਤੀ ਮਹਾਰਾਜ ਨੇ। ਸ਼ਿਕਾਰ ਖੇਡਣ ਜਾਣਾ, ਨਗਾਰਾ ਵਜਾਉਣਾ। ਜਦੋਂ ਗੁਰੂ ਸਾਹਿਬ ਦਾ ਰਣਜੀਤ ਨਗਾਰਾ ਵੱਜਦਾ ਸੀ ਨਾ, ਪਹਾੜੀ ਜਿਹੜੇ ਰਾਜੇ ਸੀ ਬਹੁਤ ਘਬਰਾਉਂਦੇ ਸੀ। ਕਿਸੇ ਨਾ ਕਿਸੇ ਤਰੀਕੇ ਨਾਲ ਅਸੀਂ ਕਹਿੰਦੇ ਸੀ ਵੀ ਸਿੱਖੀ ਨੂੰ ਖਤਮ ਕਰ ਦਈਏ, ਕਿਸੇ ਤਰੀਕੇ ਨਾਲ ਖਤਮ, ਪਰ ਸਿੱਖੀ ਤਾਂ ਫਿਰ ਵੀ ਵਧੀ ਜਾਂਦੀ ਹੈ। ਇਹ ਤਾਂ ਨਗਾਰੇ ਵਜਾਉਣ ਲੱਗ ਪਏ ਨੇ, ਸ਼ਿਕਾਰ ਖੇਡਣ ਜਾਣ ਲੱਗ ਪਏ ਨੇ। ਗੁਰੂ ਸਾਹਿਬ ਨੇ ਤਾਂ ਟ੍ਰੇਨਿੰਗਾਂ ਸ਼ੁਰੂ ਕਰ ਦਿੱਤੀਆਂ, ਫੌਜੀ ਟ੍ਰੇਨਿੰਗਾਂ, ਸ਼ਾਸਤਰ ਟ੍ਰੇਨਿੰਗ ਸ਼ੁਰੂ ਕਰ ਦਿੱਤੀ ਹੈ।
ਗੁਰੂ ਸਾਹਿਬ ਨੇ ਤਾਂ ਸਾਰੇ ਵਰਗਾਂ ਦੇ ਲੋਕਾਂ ਨੂੰ ਇੱਕ ਪੰਗਤ ਵਿੱਚ ਬਿਠਾ ਦਿੱਤਾ। ਗੁਰੂ ਸਾਹਿਬ ਨੇ ਤਾਂ ਸਾਰੀਆਂ ਜਾਤਾਂ ਪਾਤਾਂ ਤੋੜ ਦਿੱਤੀਆਂ, ਜਾਤਾਂ ਪਾਤਾਂ ਗੋਤਾਂ ਦੇ ਬੰਧਨਾਂ ਵਿੱਚੋਂ ਲੋਕਾਂ ਨੂੰ ਕੱਢ ਦਿੱਤਾ, ਇੱਕ ਖਾਲਸੇ ਬਣਾ ਦਿੱਤਾ। ਹੁਣ ਇੰਨੀ ਚੜ੍ਹਤ ਇਹਨਾਂ ਤੋਂ ਬਰਦਾਸ਼ਤ ਕਿੱਥੇ ਹੋਣੀ ਸੀ। ਆਮ ਤੋਂ ਆਮ ਲੋਕ ਵੀ, ਆਮ ਤੋਂ ਆਮ ਵਰਗ ਦੇ ਲੋਕ ਵੀ ਗੁਰੂ ਸਾਹਿਬ ਨਾਲ ਜਾ ਕੇ ਗੱਲਾਂ ਬਾਤਾਂ ਕਰਦੇ, ਵਹਿੰਦੇ ਸੰਗਤ ਵਿੱਚ। ਉਹ ਖੰਡੇ ਬਾਟੇ ਦੀ ਪੌਲ ਲੈ ਕੇ ਬਲਵਾਨ ਬਣ ਜਾਂਦੇ, ਹੱਥ ਵਿੱਚ ਕਿਰਪਾਨ ਫੜ ਕੇ ਜ਼ੁਲਮ ਦਾ ਟਾਕਰਾ ਕਰਨ ਲਈ ਤਿਆਰ ਹੋ ਜਾਂਦੇ। ਇੱਧਰੋਂ ਪਹਾੜੀ ਰਾਜੇ ਬੜਾ ਦੁਖੀ ਸੀ। ਇੱਕ ਗੱਲ ਕੀਤੀ ਜੀ, ਪੰਮਾ ਪ੍ਰੋਤ ਬਾਰੇ ਆਪਾਂ ਗੱਲ ਕਰਦੇ ਆ ਰਹੇ ਸੀ। ਜਿਹੜਾ ਪੰਮੇ ਪ੍ਰੋਤ ਦਾ ਰੋਲ ਰਿਹਾ ਨਾ ਇਤਿਹਾਸ ਵਿੱਚ, ਪੰਮਾ ਪ੍ਰੋਤ ਇੰਨਾ ਘਟੀਆ ਬੰਦਾ ਸੀ ਵੀ ਆਪਾਂ ਕਹਿੰਦੇ ਵੀ ਕਿਸੇ ਦਾ ਮੋਢਾ ਵਰਤਣਾ। ਪੰਮੇ ਪ੍ਰੋਤ ਨੇ ਹੀ ਪਹਾੜੀ ਰਾਜਿਆਂ ਨੂੰ ਚੁੱਕਿਆ ਸੀ, ਨਿੱਤ ਦੀਆਂ ਚੁਗਲੀਆਂ ਲਾਉਣੀਆਂ, ਨਿੱਤ ਦੀਆਂ ਕੁਝ ਨਾ ਕੁਝ ਗੱਲਾਂ ਕਰ ਲਈਆਂ। ਵੇਖੋ ਗੁਰੂ ਸਾਹਿਬ ਨੇ ਬਾਜ ਰੱਖਿਆ, ਗੁਰੂ ਸਾਹਿਬ ਤਖਤਾਂ ਤੇ ਬਹਿੰਦੇ ਨੇ, ਗੁਰੂ ਸਾਹਿਬ ਤਾਜਾਂ ਵਾਲੇ ਨੇ, ਸਾਡੇ ਧਰਮ ਨੂੰ ਖਤਰਾ ਹੋ ਜਾਣਾ ਹੈ। ਗੁਰੂ ਸਾਹਿਬ ਕਿਸੇ ਵੀ ਚੀਜ਼ ਨੂੰ ਮਾਨਤਾ ਨਹੀਂ ਦਿੰਦੇ। ਗੁਰੂ ਸਾਹਿਬ ਸਾਰੇ ਵਰਗਾਂ ਦੇ ਲੋਕਾਂ ਨੂੰ ਇੱਕ ਪੰਗਤ ਵਿੱਚ ਬਿਠਾਉਂਦੇ ਨੇ। ਇਹ ਪੰਮੇ ਪ੍ਰੋਤ ਦੀ ਦੇਣ ਸੀ ਜੀ। ਹੁਣ ਪੰਮੇ ਪ੍ਰੋਤ, ਜੇ ਆਪਾਂ ਗੁਰੂ ਸਾਹਿਬ ਦੇ ਪਰਪਕਾਰਾਂ ਦੀ ਗੱਲ ਕਰੀਏ, 13 ਸਾਲ ਪਹਿਲਾਂ, ਆ ਜੰਗ ਤੋਂ 13 ਸਾਲ ਪਹਿਲਾਂ ਸਾਡੇ 9ਵੇਂ ਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਕਿਹਨਾਂ ਵਾਸਤੇ ਹੋਈ ਹੈ ਜੀ। ਏਡਾ ਵੱਡਾ ਪਰਪਕਾਰ, ਕਿੱਡਾ ਵੱਡਾ ਖਤਰਾ ਸੀ ਜੀ ਧਰਮ ਨੂੰ। ਕੋਈ ਵੌੜਿਆ? ਕੋਈ ਨਹੀਂ ਚੱਲ ਕੇ ਆਇਆ। ਕਿੱਥੇ ਜਾ ਕੇ ਉਹਨਾਂ ਨੇ ਟੱਲ ਖੜਕਾਏ, ਕਿੰਨਾ ਕੁਝ ਕੀਤਾ ਹੋਣਾ ਉਹਨਾਂ ਵਿਚਾਰਿਆਂ ਨੇ। ਪਰ ਗੁਰੂ ਤੇਗ ਬਹਾਦਰ ਸਾਹਿਬ ਨੂੰ ਛੱਡ ਦੇਣੀ ਪਈ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਹਨਾਂ ਦੀ ਬਾਂਹ ਵੀ ਫੜੀ। ਪਰ ਇਹ ਪੰਮੇ ਪ੍ਰੋਤ ਵਰਗਿਆਂ ਦੇ ਕਾਰਨ ਸਾਰੇ ਪਰਪਕਾਰੇ ਭੁਲਾ ਗਏ। ਪਹਾੜੀ ਰਾਜੇ ਵੀ ਸਾਰੇ ਪਰਪਕਾਰ ਭੁਲਾ ਗਏ, ਮਹਾਰਾਜ ਦੇ ਵਿਰੁੱਧ ਖੜੇ ਹੋ ਗਏ। ਫਿਰ ਉਧਰੋਂ ਇੱਥੋਂ ਤੱਕ ਔਰੰਗਜ਼ੇਬ ਜਿਹੜਾ ਬਾਦਸ਼ਾਹ ਸੀ ਨਾ, ਭਾਵੇਂ ਔਰੰਗਜ਼ੇਬ ਇੱਧਰ ਮੂੰਹ ਨਾ ਕਰ ਸਕਿਆ, ਔਰੰਗਜ਼ੇਬ ਪਹਾੜੀ ਰਾਜਿਆਂ ਨੂੰ ਕਹਿੰਦਾ ਤੁਸੀਂ ਵੱਧ ਤੋਂ ਵੱਧ ਗੁਰੂ ਸਾਹਿਬ ਦਾ ਨੁਕਸਾਨ ਕਰੋ, ਮੈਂ ਤੁਹਾਨੂੰ ਜਿੰਨੀ ਵੀ ਸਹਾਇਤਾ ਉਹ ਦੇਵਾਂਗਾ। ਔਰੰਗਜ਼ੇਬ ਇਹ ਗੱਲ ਕਹਿੰਦਾ ਸੀ। ਔਰੰਗਜ਼ੇਬ ਦੀ ਨੀਤੀ ਸੀ। ਔਰੰਗਜ਼ੇਬ ਨੇ ਵੇਖ ਲਿਆ ਸੀ ਇਹ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੱਬੇ ਕੁਚਲਿਆਂ ਨੂੰ, ਲਿਤਾੜੇ ਲੋਕਾਂ ਨੂੰ, ਨਿਮਾਣੇ ਨਿਤਾਣੇ ਲੋਕਾਂ ਨੂੰ ਬਾਦਸ਼ਾਹੀ ਦੇ ਰਹੇ ਨੇ, ਖਾਲਸਾਈ ਫੌਜ ਤਿਆਰ ਕਰ ਰਹੇ ਨੇ। ਔਰੰਗਜ਼ੇਬ ਜਾਣਦਾ ਸੀ ਗੁਰੂ ਸਾਹਿਬ ਦੀ ਸ਼ਕਤੀ ਹੈ ਜਿਹੜੀ ਵੱਧ ਰਹੀ ਹੈ। ਪਹਿਲਾਂ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਹੋ ਗਈ ਹੈ, ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਹੋ ਗਈ ਹੈ, ਪਰ ਸਤਿਗੁਰ ਮਹਾਰਾਜ ਦੇ ਨਾਲ ਕਿੰਨੇ ਲੋਕ ਆ ਕੇ ਜੁੜਦੇ ਨੇ। ਉਸ ਤੋਂ ਬਾਅਦ ਜਿਹੜਾ ਭੰਗਾਣੀ ਯੁੱਧ ਦਾ ਪ੍ਰਭਾਵ ਪੈਂਦਾ ਜੀ। ਜਦੋਂ ਭੰਗਾਣੀ ਦਾ ਯੁੱਧ ਸਿੱਖਾਂ ਨੇ ਜਿੱਤ ਲਿਆ ਤਾਂ ਥੋੜ੍ਹੇ ਜਿਹੇ ਸਿੱਖ ਸੀ ਉਹ ਪਹਾੜੀ ਰਾਜਿਆਂ ਨਾਲ ਇਸ ਜੰਗ ਦੇ ਮੈਦਾਨ ਵਿੱਚ ਜਿੱਤ ਪ੍ਰਾਪਤ ਕਰਦੇ ਨੇ। ਉਹਨਾਂ ਨੂੰ ਲੱਕ ਤੋੜਵੀਂ ਹਾਰ ਵੀ ਦਿੰਦੇ ਨੇ। ਸਿੱਖਾਂ ਦੇ ਚਿਹਰਿਆਂ 'ਤੇ ਖੁਸ਼ੀ ਹੈ, ਮੁਸਕਾਨ ਹੈ। ਇਸੇ ਤਰ੍ਹਾਂ ਇਸ ਜੰਗ ਨੂੰ ਮਹਾਰਾਜ ਨੇ ਜਿੱਤਿਆ ਅਤੇ ਬਹੁਤ ਲੋਕ ਆ ਕਰਕੇ ਗੁਰੂ ਸਾਹਿਬ ਨਾਲ ਜੁੜਦੇ ਨੇ। ਕੱਲ੍ਹ ਦੇ ਦੀਵਾਨਾਂ ਵਿੱਚ ਜਿਹੜੀ ਆਪਾਂ ਵਿਚਾਰ ਕਰਨੀ ਹੈ ਜੀ, ਕੱਲ੍ਹ ਦੇ ਦੀਵਾਨਾਂ ਵਿੱਚ ਆਪਾਂ ਵਿਚਾਰ ਕਰਾਂਗੇ ਪੌਂਟਾ ਸਾਹਿਬ ਤੋਂ ਅਨੰਦਪੁਰ ਸਾਹਿਬ। ਇੰਨਾ ਸਮਾਂ ਮਹਾਰਾਜ, ਜਦੋਂ ਭੰਗਾਣੀ ਦਾ ਯੁੱਧ ਲੱਗਦਾ, ਮਹਾਰਾਜ ਪੌਂਟਾ ਸਾਹਿਬ ਦੀ ਧਰਤੀ 'ਤੇ ਰਹਿੰਦੇ ਨੇ। ਪੌਂਟਾ ਸਾਹਿਬ ਤੋਂ ਮਹਾਰਾਜ ਉਸ ਤੋਂ ਬਾਅਦ ਭੰਗਾਣੀ ਦਾ ਯੁੱਧ ਜਿੱਤ ਕੇ ਕੁਝ ਸਮੇਂ ਬਾਅਦ ਮਹਾਰਾਜ ਦਸਮ ਪਿਤਾ ਅਨੰਦਪੁਰ ਸਾਹਿਬ ਨੂੰ ਤਿਆਰੀਆਂ ਕਰਦੇ ਨੇ। ਉਹ ਸਾਰੀ ਆਪਾਂ ਵਿਚਾਰ ਲੜੀ ਦੇ ਤਹਿਤ ਕੱਲ੍ਹ ਦੇ ਦੀਵਾਨਾਂ ਅੰਦਰ ਵਿਚਾਰ ਕਰਾਂਗੇ ਜੀ। ਗੁਰੂ ਕਿਰਪਾ ਕਰੇ। ਆਪਾਂ ਸਾਰੇ ਜਾਣਦੇ ਹਾਂ, ਸਮਝਦੇ ਹਾਂ, ਗੁਰੂ ਸਾਹਿਬ ਦੇ ਜੀਵਨ ਬਾਰੇ ਪੜ੍ਹਦੇ ਆ ਰਹੇ ਹਾਂ, ਸੰਖੇਪ ਅੰਦਰ ਰੋਜ਼ਾਨਾ ਆਪਾਂ ਵਿਚਾਰ ਕਰਦੇ ਹਾਂ। ਅੱਗੇ ਜੋ ਦਿਨ ਚੱਲਣੇ ਨੇ, ਆ ਪੋਹ ਦਾ ਮਹੀਨਾ ਸਾਰੇ ਆਪਾਂ ਜਾਣਦੇ ਹਾਂ ਚੱਲ ਰਿਹਾ। 8 ਪੋਹ ਤੋਂ ਲੈ ਕਰਕੇ 13 ਪੋਹ ਤੱਕ ਗੁਰੂ ਸਾਹਿਬ ਦੇ ਪਰਿਵਾਰ ਨਾਲ ਜੋ ਵਾਪਰਿਆ, ਸਰਸਾ ਦੇ ਕੰਢੇ 'ਤੇ ਜੋ ਪਰਿਵਾਰ ਦਾ ਵਿਛੋੜਾ ਪੈਂਦਾ, ਆਪਾਂ ਸਾਰੇ ਇਤਿਹਾਸ ਨੂੰ ਹਰ ਸਾਲ ਵਿਚਾਰਦੇ ਹਾਂ। ਪਰ ਇੱਥੇ ਗੱਲ ਇੱਕ ਕਹਿ ਦੇਵਾਂ, ਇਤਿਹਾਸ ਆਪਾਂ ਸਾਰੇ ਜਾਣਦੇ ਹਾਂ, ਪੜ੍ਹਦੇ ਹਾਂ, ਪਰ ਉਹਨਾਂ ਮਹਾਨ ਸ਼ਹੀਦਾਂ ਦੀ ਵਿਚਾਰ ਨੂੰ ਜ਼ਿੰਦਗੀ ਦਾ ਆਧਾਰ ਬਣਾਈਏ। ਜੇ ਸਾਹਿਬਜ਼ਾਦਿਆਂ ਨੇ ਸੂਬੇ ਦੇ ਦਰਬਾਰ ਵਿੱਚ ਜਾ ਕੇ ਆਪਣਾ ਸਿਰ ਨਹੀਂ ਝੁਕਾਇਆ ਨਾ, ਸਾਨੂੰ ਇਹ ਸਾਖੀ ਸਿੱਖਿਆ ਦਿੰਦੀ ਹੈ, ਵਿਚਾਰ ਦਿੰਦੀ ਹੈ ਵੀ 7 ਅਤੇ 9 ਸਾਲ ਦੀਆਂ ਜਿੰਦਾਂ ਨੇ ਆਪਣੀ ਜ਼ਮੀਰ ਨਹੀਂ ਵੇਚੀ। ਅਸੀਂ ਵੀ ਆਪਣੀ ਜ਼ਮੀਰ ਨੂੰ ਜਗਾ ਕੇ ਰੱਖੀਏ, ਪਰਨ ਕਰੀਏ ਗੁਰੂ ਅੱਗੇ ਖਲੋ ਕਰਕੇ ਵੀ ਸਾਡਾ ਸਿਰ
ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਅੰਦਰ ਝੁਕੇ, ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਝੁਕੇ, ਕਿਸੇ ਹੋਰ ਥਾਂ ਤੇ ਨਾ ਝੁਕੇ। ਇਹ ਸਿੱਖਿਆ ਦਿੰਦਾ ਇਤਿਹਾਸ ਸਾਨੂੰ, ਸਾਡੇ ਅੰਦਰ ਇੱਕ ਸਪਿਰਿਟ ਪੈਦਾ ਕਰਦਾ ਇਤਿਹਾਸ। ਗੁਰੂ ਕਿਰਪਾ ਕਰੇ ਜੀ, ਇੰਨੀ ਬੇਨਤੀ ਪ੍ਰਵਾਨ ਕਰਿਓ। ਰਹਿੰਦੀ ਜਿਹੜੀ ਵਿਚਾਰ ਆਪਾਂ ਕੱਲ੍ਹ ਦੇ ਦੀਵਾਨਾਂ